ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕੋਹ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਦੁਖ ਦਰਦ ਪ੍ਰਮਤਾ ਕਾ ਭਾਗੀ। ਗੁਰਾਂ ਦੀ ਪ੍ਰੀਤ ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ। 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 ਜਗ ਨਾਲੋਂ ਮਿੱਠੀ
ਸਾਰੇ ਜਗ ਨਾਲੋਂ ਮਿੱਠੀ ਹੈ, ਜਗ ਨਾਲੋਂ ਮਿੱਠੀ ਹੈ, ਜਗ ਨਾਲੋਂ ਮਿੱਠੀ ਹੈ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ, ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ, ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਚੰਦ ਚਕੋਰ ਪ੍ਰੀਤ ਹੈ, ਲਾਇ ਤਾਰ ਨਿਹਾਲੇ, ਲਾਇ ਤਾਰ ਨਿਹਾਲੇ। ਐਸੀ ਪ੍ਰੀਤੀ ਕਰ ਲੈ ਮਣਾ, ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਮਨ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਮਨ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਦੂਰੋਂ ਨੇੜਿਓਂ ਚੱਲ ਕੇ ਕਾਫੀ ਸਮੇਂ ਤੋਂ ਜੁਗੋ ਜੁਗ ਅਟਲ ਸਤਿਗੁਰੂ ਤਖਤ ਚਵਰ ਛਤਰ ਜੀ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੇ ਪਿਆਰ ਅੰਦਰ ਜੁੜ ਬੈਠੇ ਹੋ। ਸਭ ਸੰਗਤਾਂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਵੀ ਰਸਨਾ ਮਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ, ਮਿਹਰਾਮਤ ਸਤਿਗੁਰੂ ਜੀ ਨੇ ਕੀਤੀ, ਤਰਸ ਕੀਤਾ ਜੋ ਸਾਨੂੰ ਸਾਰਿਆਂ ਨੂੰ ਹਰ ਜਸ ਕਰਨ ਦਾ, ਸਤ ਸੰਗ ਕਰਨ ਦਾ ਇਹ ਵੇਲਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਹ ਗੁਰਮਤਿ ਸਮਾਗਮ, ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ, ਨੌਵੇਂ ਪਾਤਸ਼ਾਹ ਤਿਆਗ ਬੈਰਾਗ ਦੇ ਪੁਤਲੇ, ਤੇਗ ਦੇ ਧਣੀ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 400 ਸਾਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਕੱਲ ਜੋ ਦਿਨ ਲੰਘ ਕੇ ਗਿਆ, ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਪੁਰਬ ਸੰਸਾਰ ਭਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਮਨਾਇਆ। ਸੋ ਸਾਰੀਆਂ ਸੰਗਤਾਂ ਨੂੰ ਸਤਿਕਾਰਯੋਗ ਮਹਾਂਪੁਰਖਾਂ ਵੱਲੋਂ, ਸਾਰੇ ਜਥੇ ਵੱਲੋਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ। ਗੁਰਸਿੱਖਾਂ ਦੇ ਮਨ ਦੇ ਵਿੱਚ, ਪਿਆਰ ਵਾਲਿਆਂ ਦੇ ਮਨਾਂ ਦੇ ਵਿੱਚ ਪਿਆਰਿਓ ਚਾਓ ਪੈਦਾ ਹੁੰਦਾ ਹੈ ਜਦੋਂ ਗੁਰੂ ਦਾ ਆਣਾ ਸੁਣੀਦਾ ਹੈ। ਤੇ 400 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਹੜੇ ਧਰਮ ਦੀ ਚਾਦਰ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸ੍ਰਿਸ਼ਟੀ ਦੀ ਚਾਦਰ, ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪਿਛਲੇ ਹਫ਼ਤੇ ਆਪਾਂ ਪਵਿੱਤਰ ਜੀਵਨ ਮਹਾਰਾਜ ਜੀ ਦਾ ਵਿਚਾਰ ਰਹੇ ਸਾਂ। ਅੰਮ੍ਰਿਤਸਰ ਸਾਹਿਬ ਦੀ ਉਹ ਪਵਿੱਤਰ ਧਰਤੀ, ਜਿੱਥੇ ਸੰਨ 1621 ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਗੁਰੂ ਕੇ ਮਹਿਲ, ਜਿੱਥੇ ਅੱਜ ਗੁਰਦੁਆਰਾ ਉੱਥੇ ਹੈ। ਤੇ ਆਪਾਂ ਸਾਰਾ ਜੀਵਨ ਕਿਵੇਂ ਸੱਚੇ ਪਾਤਸ਼ਾਹ ਜੀ ਬਚਪਨ ਦੇ ਵਿੱਚ ਜਦੋਂ ਸੰਗਤ ਦੇ ਵਿੱਚ ਆਉਣਾ, ਸਭ ਤੋਂ ਪਿੱਛੇ ਹੀ ਸੰਗਤ ਦੇ ਵਿੱਚ ਬਹਿਣਾ, ਨੀਵੇਂ ਹੋ ਕੇ ਆਪਣਾ ਸਿਰ ਨੀਵਾਂ ਰੱਖਣਾ। ਕਦੀ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਆਪਣੀਆਂ ਅੱਖਾਂ ਉੱਤੇ ਨਹੀਂ ਸਨ ਚੁੱਕੀਆਂ। ਬਹੁਤਾ ਕਿਸੇ ਨਾਲ ਬੋਲਣਾ ਨਹੀਂ। ਜੇ ਕਿਤੇ ਇਕਾਂਤ ਦੇ ਵਿੱਚ ਹੋਣਾ ਤਾਂ ਵੀ ਅੰਤਰਮੁਖ ਬਿਰਤੀ ਕਰਕੇ ਅਕਾਲ ਪੁਰਖ ਦੀ ਯਾਦ ਦੇ ਨਾਮ ਦੇ ਨਾਲ ਜੁੜੇ ਰਹਿਣਾ। ਸੰਖੇਪ ਦੇ ਵਿੱਚ ਆਪਾਂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਵਿਚਾਰਨਾ ਹੈ, ਕਿਉਂਕਿ ਪੂਰੇ ਸਤਿਗੁਰੂ ਦਾ ਜੋ ਜੀਵਨ ਹੈ, ਜੀਵਨ ਦੇ ਹਰ ਇੱਕ ਅੰਗ ਤੋਂ ਪਿਆਰਿਓ ਸਾਨੂੰ ਸਿੱਖਿਆ ਹੀ ਮਿਲਦੀ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਾਡੇ ਸਤਿਗੁਰੂ ਪੂਰੇ ਨੇ, ਤੇ ਜੇ ਕੋਈ ਭਾਵਨਾ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਂਦਾ ਹੈ ਨਾ, ਤੇ ਆਪਾਂ ਰੋਜ਼ ਅਰਦਾਸ ਦੇ ਵਿੱਚ ਦਸਮੇਸ਼ ਪਿਤਾ ਜੀ ਦੇ ਇਹ ਬਚਨ ਪੜ੍ਹਦੇ ਆਂ, ਸੁਣਦੇ ਆਂ। ਤੇਗ ਬਹਾਦਰ ਸਿਮਰਿਐ ਕਰਨੋਣੀ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜੇ ਕੋਈ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ, ਤੇ ਮਹਾਰਾਜ
ਹਰ ਥਾਂ ਤੇ ਸਹਾਈ ਹੁੰਦੇ ਨੇ। ਜਿਵੇਂ ਭਾਈ ਮੱਖਣ ਸ਼ਾਹ ਦਾ ਬੇੜਾ ਬੰਨੇ ਲਾਇਆ, ਅੱਜ ਵੀ ਮਹਾਰਾਜ ਗਏ ਥੋੜੀ ਨੇ ਕਿਤੇ, ਇੱਥੇ ਹੀ ਨੇ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਨੇ। ਗੱਲ ਹੈ ਭਾਵਨਾ ਦੀ। ਸਤਿਗੁਰਾਂ ਦਾ ਪਵਿੱਤਰ ਜੀਵਨ ਪਿਛਲੇ ਹਫ਼ਤੇ ਭਾਈ ਮੱਖਣ ਸ਼ਾਹ ਦਾ ਜਦੋਂ ਬੇੜਾ ਸਤਿਗੁਰ ਜੀ ਕਿਨਾਰੇ ਤੇ ਲਾਉਂਦੇ ਨੇ, ਫਿਰ ਉਹਨੇ ਜਿਹੜੀ ਸੁਖਣਾ ਸੁਖੀ ਸੀ ਕਿ ਮੈਂ 500 ਮੋਹਰਾਂ ਸੋਨੇ ਦੀਆਂ ਗੁਰੂ ਦੇ ਦਰਬਾਰ ਦੇ ਵਿੱਚ ਭੇਟ ਕਰਾਂਗਾ। ਤੇ ਫਿਰ ਬਟਾਲੇ ਦੀ ਧਰਤੀ ਤੇ ਪਹੁੰਚਦਾ, ਉੱਥੇ ਵੇਖਦਾ 22 ਮੰਜੀਆਂ ਲੱਗੀਆਂ ਨੇ, 22 ਗੁਰੂ ਬਣੇ ਹੋਏ ਨੇ। ਇਹਨੇ ਵੀ ਫਿਰ ਕਸਵੱਟੀ ਲਾ ਲਈ ਕਿ ਜਿਹੜਾ ਗੁਰੂ ਪੂਰਾ ਹੋਏਗਾ, ਜਿਹਨੇ ਮੇਰਾ ਬੇੜਾ ਬੰਨੇ ਲਾਇਆ ਹੋਏਗਾ, ਕਿਨਾਰੇ ਲਾਇਆ ਹੋਏਗਾ। ਮੈਂ ਕਈ ਇਤਿਹਾਸਕਾਰਾਂ ਨੇ ਲਿਖਿਆ 2-2 ਮੋਹਰਾਂ ਰੱਖਦਾ, ਕਈ ਇਤਿਹਾਸਕਾਰ ਲਿਖਦੇ ਨੇ 5-5 ਮੋਹਰਾਂ। ਸਾਰਿਆਂ ਦੇ ਅੱਗੇ 5-5 ਮੋਹਰਾਂ ਰੱਖ ਕੇ ਮੱਥਾ ਟੇਕੀ ਜਾਂਦਾ, ਪਰ ਅੰਦਰ ਦੀ ਜਿਹੜੀ ਗੱਲ ਹੈ ਉਹ ਕਿਸੇ ਨੇ ਵੀ ਬੁੱਝੀ ਨਹੀਂ। ਬੁੱਝਣਗੇ ਕਿਵੇਂ? ਕਿਉਂਕਿ ਅਧੂਰੇ ਨੇ, ਪੂਰੇ ਤੇ ਹੈ ਹੀ ਨਹੀਂ। ਅੰਦਰ ਦੀ ਗੱਲ ਪਿਆਰਿਓ ਉਹੀ ਬੁੱਝ ਸਕਦਾ ਜਿਹੜਾ ਪੂਰਾ ਹੈ। ਇਹਨਾਂ ਕੋਲ ਦਾਅਵੇ ਸਨ, ਕੱਲੇ ਦਾਅਵਾ ਕਰਦੇ ਸਨ ਕਿ ਗੱਦੀ ਮੇਰੇ ਕੋਲ ਹੈ, ਗੁਰੂ ਨਾਨਕ ਦੀ ਜੋਤ ਮੇਰੇ ਵਿੱਚ ਹੈ। ਪਰ ਪਿਆਰਿਓ ਇੱਥੇ ਦਾਅਵਿਆਂ ਦੀ ਗੱਲ ਨਹੀਂ। ਜਦੋਂ ਕਿਸੇ ਨੇ ਵੀ ਅੰਦਰ ਦੀ ਗੱਲ ਨਾ ਬੁੱਝੀ, ਬੜਾ ਨਿਰਾਸ਼ ਹੋਇਆ ਮਨ ਕਰਕੇ ਭਾਈ ਮੱਖਣ ਸ਼ਾਹ। ਤੇ ਕਹਿੰਦੇ ਫਿਰ ਕਿਸੇ ਸੱਜਣ ਨੇ, ਇੱਕ ਬੱਚੇ ਨੇ ਦੱਸਿਆ ਇੱਥੇ ਇੱਕ ਸੋਢੀ ਹੋਰ ਵੀ ਰਹਿੰਦਾ ਹੈ। ਜਦੋਂ ਦੱਸ ਪਈ, ਪੁੱਛਿਆ ਉਹ ਕੌਣ ਨੇ? ਤੇ ਕਹਿਣ ਲੱਗੇ ਉਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਪੁੱਤਰ ਨੇ, ਸਾਹਿਬਜ਼ਾਦੇ ਨੇ, ਜਿਹੜੇ ਭੋਰੇ ਦੇ ਵਿੱਚ ਰਹਿੰਦੇ ਨੇ। ਬਹੁਤਾ ਕਿਸੇ ਦੇ ਨਾਲ ਬੋਲਦੇ ਨਹੀਂ। ਕਦੇ ਕਦੇ ਸ਼ਾਮ ਦੇ ਵੇਲੇ ਬਾਹਰ ਆਉਂਦੇ ਨੇ ਸੈਰ ਕਰਨ ਵਾਸਤੇ। ਜਦੋਂ ਇੱਦਾਂ ਪਤਾ ਲੱਗਿਆ, ਮਨ ਨੂੰ ਆਸ ਬੱਝ ਗਈ, ਕਿਤੇ ਇਹ ਉਹੀ ਬਾਬਾ ਤੇ ਨਹੀਂ ਜਿਹਦੇ ਬਾਰੇ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੀ ਧਰਤੀ ਤੋਂ ਇਹ ਬਚਨ ਕੀਤੇ, ਬਾਬਾ ਬਸੈ ਗ੍ਰਾਮ ਬਕਾਲੇ। ਤੇ ਭਾਈ ਮੱਖਣ ਸ਼ਾਹ ਆਪਣੇ ਲਾਮ ਲਸ਼ਕਰ ਨੂੰ, ਜਿੰਨੇ ਵੀ ਸੇਵਕ ਨਾਲ ਨੇ, 400-500 ਸੇਵਕ ਭਾਈ ਮੱਖਣ ਸ਼ਾਹ ਦੇ ਨਾਲ ਹੈ, ਸਾਰਾ ਲਾਮ ਲਸ਼ਕਰ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਵੱਲ ਚੱਲ ਪਿਆ। ਜਦੋਂ ਇੱਦਾਂ ਜਾ ਰਿਹਾ ਹੈ, ਸਤਿਗੁਰ ਜੀ ਭੋਰੇ ਦੇ ਵਿੱਚ ਨੇਤਰ ਬੰਦ ਨੇ। ਅਕਾਲ ਪੁਰਖ ਦੇ ਨਾਲ ਸੁਰਤ ਜੁੜੀ ਹੋਈ ਹੈ। ਭਾਈ ਗੜੀਆ ਜੀ ਕੋਲ ਬੈਠੇ ਨੇ। ਭਾਈ ਗੜੀਆ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਨੇਤਰ ਖੋਲੋ। ਮਹਾਰਾਜ ਜੀ ਨੇ ਆਪਣੇ ਨਾਮ ਭਿੱਜੇ ਨੇਤਰ ਜਦੋਂ ਖੋਲੇ ਤੇ ਕਹਿਣ ਲੱਗੇ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਭਾਈ ਗੜੀਆ ਕਹਿਣ ਲੱਗਾ, ਸੱਚੇ ਪਾਤਸ਼ਾਹ ਮੱਖਣ ਸ਼ਾਹ ਆ ਰਿਹਾ ਹੈ। ਤੇ ਮਹਾਰਾਜ ਕਹਿਣ ਲੱਗੇ, ਜਾਓ ਜਾ ਕੇ ਉਹਨੂੰ ਰੋਕ ਦਿਓ। ਕਿਉਂ?
ਮਹਾਰਾਜ ਕਹਿੰਦੇ ਨੇ ਗੁਰੂ ਘਰ ਜਦੋਂ ਆਈਦਾ ਨਿਮਾਣੇ ਬਣ ਕੇ ਆਈਦਾ, ਨੀਵੇਂ ਹੋ ਕੇ ਆਈਦਾ ਗੁਰੂ ਦੇ ਦਰ ਤੇ। ਘੋੜਿਆਂ ਤੇ ਅਸਵਾਰ ਹੋ ਕੇ ਲਾਮ ਲਸ਼ਕਰ ਨਾਲ ਲੈ ਕੇ ਨਹੀਂ ਗੁਰੂ ਘਰ ਗੁਰੂ ਦੇ ਦਰਬਾਰ ਦੇ ਵਿੱਚ ਆਈਦਾ। ਭਾਈ ਗੜੀਆ ਜੀ ਨੂੰ ਭੇਜਿਆ ਕਿ ਜਾਓ ਉਹਨਾਂ ਨੂੰ ਰੋਕ ਦਿਓ। ਹੁਣ ਭਾਈ ਗੜੀਆ ਜੀ ਗਏ ਨੇ, ਉਧਰੋਂ ਮੱਖਣ ਸ਼ਾਹ ਆ ਰਿਹਾ ਹੈ ਆਪਣੇ ਲਸ਼ਕਰ ਦੇ ਨਾਲ, ਸੇਵਕਾਂ ਦੇ ਨਾਲ। ਭਾਈ ਗੜੀਆ ਜੀ ਨੇ ਜਾ ਕੇ, ਭਾਈ ਸਾਹਿਬ ਜੀ ਨੇ ਜਾ ਕੇ ਰੋਕ ਦਿੱਤਾ। ਹੁਣ ਮੱਖਣ ਸ਼ਾਹ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਵੀ ਜਿਵੇਂ ਦੂਜੇ 22 ਗੁਰੂ ਬਣੇ ਬੈਠੇ ਨੇ, ਜਦੋਂ ਮੈਂ ਉਹਨਾਂ ਦੇ ਦਰਸ਼ਨਾਂ ਵਾਸਤੇ ਗਿਆ ਸਾਂ ਉਹਨਾਂ ਨੇ ਵੀ ਆਪਣੇ ਸੇਵਕ ਭੇਜੇ, ਪਹਿਲਾਂ ਮਸੰਦ ਭੇਜੇ ਕਿ ਆਪਣੀ ਗੁਰੂ ਦੀ ਸਿਫਤ ਦੇ ਗੀਤ ਗਾਉਣਗੇ। ਇਸੇ ਤਰ੍ਹਾਂ ਇਹ ਵੀ ਆਇਆ ਆਪਣੇ ਗੁਰੂ ਦੀ ਸਿਫਤ ਦੇ ਗੀਤ ਗਾਉਣ ਵਾਸਤੇ। ਪਰ ਜਦੋਂ ਜਾ ਕੇ ਭਾਈ ਗੜੀਏ ਨੇ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਸੁਣਾਇਆ, ਜਾ ਕੇ ਦੱਸਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ, ਗੁਰੂ ਦਰਬਾਰ ਦੇ ਵਿੱਚ ਨੀਵੇਂ ਹੋ ਕੇ ਆਈਦਾ, ਨਿਮਾਣੇ ਬਣ ਕੇ ਆਈਦਾ, ਤਾਂ ਗੁਰੂ ਦੇ ਦਰ ਤੋਂ ਦਾਤ ਮਿਲਦੀ ਹੈ, ਗੁਰੂ ਦੀ ਖੁਸ਼ੀ ਮਿਲਦੀ ਹੈ, ਬਖਸ਼ਿਸ਼ ਮਿਲਦੀ ਹੈ। ਜਦੋਂ ਭਾਈ ਮੱਖਣ ਸ਼ਾਹ ਨੇ ਇਹ ਗੱਲ ਸੁਣੀ, ਕਿਉਂਕਿ ਪਿਆਰਿਓ ਇਹ ਦਰ ਹੈ ਹੀ ਐਸਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਆਪਣਾ ਆਪ ਗਵਾਉਣਾ ਪੈਂਦਾ, ਐਸਾ ਦਰ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਨੀਵੇਂ ਬਣ ਕੇ, ਨਿਮਾਣੇ ਬਣ ਕੇ ਆਵਾਂਗੇ ਪਿਆਰਿਓ, ਫਿਰ ਗੁਰੂ ਦੀ ਬਖਸ਼ਿਸ਼ ਦੇ ਆਪਾਂ ਪਾਤਰ ਬਣਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਦਰ ਐਸਾ ਹੈ, ਨੀਵੇਂ ਪੋਣ ਮੁਰਾਦਾਂ ਉੱਚੀਆਂ। ਜਿਹੜੇ ਤੇ ਮਨ ਕਰਕੇ ਨੀਵੇਂ ਹੋ ਕੇ ਆਉਂਦੇ ਨੇ ਨਾ, ਨਿਮਾਣੇ ਬਣ ਕੇ ਆਉਂਦੇ ਨੇ। ਨੀਵੇਂ ਪੋਣ ਮੁਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ। ਨੀਵੇਂ ਪੋਣ ਮੁਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ। ਆਕੜ ਵਾਲੇ ਟਹਿੰਦੇ ਨੇ। ਆਕੜ ਵਾਲੇ ਟਹਿੰਦੇ ਨੇ, ਆਕੜ ਵਾਲੇ ਟਹਿੰਦੇ ਨੇ, ਆਕੜ ਵਾਲੇ ਟਹਿੰਦੇ ਨੇ, ਹਲੇ ਟਹਿੰਦੇ ਨੇ। ਆਕੜ ਵਾਲੇ ਟਹਿੰਦੇ ਨੇ, 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 ਆਕੜ ਵਾਲੇ ਟਹਿੰਦੇ ਨੇ। ਨੀਵੇਂ ਪੋਣ ਮੁਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ। ਨੀਵੇਂ ਪੋਣ ਮੁਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ। ਪੋਣ ਮੁਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ। ਨੀਵੇਂ ਪੋਣ ਮੁਰਾਦਾਂ ਉੱਚੀਆਂ, ਆਕੜ ਵਾਲੇ ਟਹਿੰਦੇ ਨੇ।
ਨੀਵੇਂ ਪੌਣ ਮੁਰਾਦਾਂ ਉੱਚੀਆਂ ਆਕੜ ਵਾਲੇ ਟਹਿੰਦੇ ਨੇ। ਨੀਵੇਂ ਪੌਣ ਮੁਰਾਦਾਂ ਉੱਚੀਆਂ ਆਕੜ ਵਾਲੇ ਢਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ ਟਿੱਬੇ ਸੁੱਕੇ ਹੀ ਰਹਿੰਦੇ ਨੇ। ਜਿਵੇਂ ਬੜਾ ਭਾਰੀ ਮੀਂਹ ਪਵੇ, ਮੋਲੇ ਧਾਰ, ਇਹ ਪਿਆਰਿਓ ਜਿਹੜੇ ਟਿੱਬੇ ਹੁੰਦੇ ਨੇ ਨਾ ਫਿਰ ਵੀ ਸੁੱਕੇ ਹੀ ਰਹਿ ਜਾਂਦੇ ਨੇ। ਜਿਹੜਾ ਪਾਣੀ ਹੈ ਨਵਾਣ ਵਾਲੇ ਪਾਸੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਉਹੀ ਸਰੀਰ ਉਹੀ ਮਨ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ ਜਿਨ੍ਹਾਂ ਦੇ ਅੰਦਰ ਹੰਕਾਰ ਦੇ ਟਿੱਬੇ ਨਹੀਂ ਹੁੰਦੇ। ਮਨ ਨੀਵੇਂ ਹੁੰਦੇ ਨੇ ਜਿਨ੍ਹਾਂ ਨੇ ਸੇਵਾ ਕਰਕੇ ਨਾਮ ਜਪ ਕੇ ਆਪਣੇ ਮਨਾਂ ਨੂੰ ਨੀਵੇਂ ਕਰ ਲਿਆ। ਅੰਦਰ ਜਿਹੜੀ ਹਉਮੈ ਵਾਲੀ ਕੰਧ ਨੂੰ ਢਾ ਦਿੱਤਾ, ਹੰਕਾਰ ਨੂੰ ਮੁਕਾ ਲਿਆ। ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ। ਆਪਣਾ ਆਪ ਗਵਾ ਕੇ ਪਿਆਰਿਓ ਸੋਹ ਦੀ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਐਵੇਂ ਨਹੀਂ, ਚਤੁਰਾਈਆਂ ਦੇ ਨਾਲ ਨਹੀਂ, ਗੱਲਾਂ ਦੇ ਨਾਲ ਨਹੀਂ। ਜਿਵੇਂ ਹਨੇਰੀ ਜਦੋਂ ਚੱਲਦੀ ਹੈ ਤੇ ਜਿਹੜੇ ਰੁੱਖ ਪਿਆਰਿਓ ਝੁਕ ਜਾਂਦੇ ਨੇ ਉਹ ਬਚ ਜਾਂਦੇ ਨੇ। ਜਦੋਂ ਜ਼ੋਰ ਦਾ ਝੱਖੜ ਚੱਲੇ, ਹਨੇਰੀ ਚੱਲਦੀ ਹੈ, ਤੇ ਜਿਹੜੇ ਪਿਆਰਿਓ ਝੁਕਦੇ ਨਹੀਂ ਫਿਰ ਉਹ ਟੁੱਟ ਜਾਂਦੇ ਨੇ ਅੱਧ ਵਿਚਕਾਰੋਂ ਹੀ, ਜਾਂ ਜੜੋਂ ਹੀ ਪੁੱਟੇ ਜਾਂਦੇ ਨੇ। ਇਸੇ ਤਰ੍ਹਾਂ ਹੀ ਜੇ ਅਸੀਂ ਚਾਹੁੰਦੇ ਆ ਨਾ ਗੁਰੂ ਦੀ ਬਖਸ਼ਿਸ਼ ਮਿਲੇ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਗੁਰੂ ਦੀ ਰਹਿਮਤ ਮਿਲੇ, ਫਿਰ ਪਿਆਰਿਓ ਨਿਮਾਣੇ ਬਣੀਏ। ਨਿਮਰਤਾ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਗੁਣਾਂ ਦੀ ਸਾਂਝ ਪਾਈਏ। ਸਾਂਝ ਕਰੀਜੈ ਗੁਣਹਿ ਕੇਰੀ ਛੋੜ ਅਵਗੁਣ ਚੱਲੀਐ। ਸਤ ਸੰਗਤ ਦੇ ਵਿੱਚ ਆਪਾਂ ਆਉਨੇ ਆ, ਮਹਾਂਪੁਰਖਾਂ ਦੀ ਸੰਗਤ ਕਰਦੇ ਆ, ਲਾਹਾ ਤਾਂ ਹੀ ਹੈ ਪਿਆਰਿਓ ਜੇ ਆਪਾਂ ਗੁਣਾਂ ਦੇ ਨਾਲ ਸਾਂਝ ਪਾਵਾਂਗੇ। ਜੇ ਸੰਗਤ ਕਰਕੇ ਵੀ ਸਾਡੇ ਅੰਦਰ ਗੁਣ ਨਹੀਂ ਆਏ, ਔਗਣ ਉਸੇ ਤਰ੍ਹਾਂ ਨੇ, ਫਿਰ ਪਿਆਰਿਓ ਕੋਈ ਫਾਇਦਾ ਨਹੀਂ ਸੰਗਤ ਕਰਨ ਦਾ। ਯਤਨ ਕਰਨਾ ਚਾਹੀਦਾ। ਠੀਕ ਹੈ, ਆਪਣੀਆਂ ਆਪਾਂ ਦੁਨਿਆਵੀ ਮੰਗਾਂ ਨੂੰ ਲੈ ਕੇ ਗੁਰੂ ਦਰਬਾਰ ਦੇ ਵਿੱਚ ਆਉਨੇ ਆ, ਮਹਾਂਪੁਰਖਾਂ ਦੇ ਕੋਲ ਆਉਨੇ ਆ, ਪਰ ਜਿੱਥੇ ਦੁਨਿਆਵੀ ਮੰਗਾਂ ਨੇ ਉੱਥੇ ਕਿਤੇ ਅੰਦਰੋਂ ਵੀ ਤੁਰਨ ਦਾ ਯਤਨ ਕਰੀਏ। ਆਪਣੇ ਅੰਦਰੋਂ ਵੀ ਔਗਣਾਂ ਨੂੰ ਕੱਢੀਏ, ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ, ਤੇ ਫਿਰ ਪਿਆਰਿਓ ਜੀਵਨ ਦੇ ਵਿੱਚ ਚੇਂਜ ਆਏਗਾ, ਪਰਿਵਰਤਨ ਆਏਗਾ, ਬਦਲਾਵ ਆਏਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਵੇਖੀਏ। ਰਾਤ ਵੀ ਆਪਾਂ ਇਹ ਵਿਚਾਰ ਕਰਦੇ ਪਏ ਸਾਂ, ਸੱਚੇ ਪਾਤਸ਼ਾਹ ਜੀ ਦੀ ਜਿੰਨੀ ਵੀ ਬਾਣੀ ਹੈ ਨਾ, ਬਾਣੀ ਪੜ੍ਹ ਕੇ ਵੇਖੀਏ। ਮਹਾਰਾਜ ਜੀ ਨੇ ਗੁਰਬਾਣੀ 59 ਸ਼ਬਦ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ 15 ਰਾਗਾਂ ਦੇ ਵਿੱਚ ਸਤਿਗੁਰ ਜੀ ਦੀ ਬਾਣੀ ਹੈ, ਜਿਹਦੇ ਵਿੱਚ 59 ਸ਼ਬਦ ਤੇ 57 ਸ਼ਲੋਕ ਹੁੰਦੇ ਨੇ। ਤੇ ਜਿੰਨੀ ਵੀ ਬਾਣੀ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪੜ੍ਹ ਕੇ ਵੇਖਾਂਗੇ, ਮਹਾਰਾਜ ਜੀ ਨੇ ਜਾਂ ਤੇ ਰੱਬ ਦੇ ਗੀਤ ਗਾਏ ਨੇ, ਰੱਬ ਦੇ ਸੋਹਿਲੇ ਗਾਏ ਨੇ, ਤੇ ਜਾਂ ਫਿਰ ਮੌਤ ਨੂੰ ਆਵਾਜ਼ਾਂ ਮਾਰੀਆਂ ਨੇ। ਕਈ ਇਤਿਹਾਸਕਾਰ ਲਿਖਦੇ ਨੇ ਕਿ ਮਹਾਰਾਜ ਨੂੰ ਕਦੇ ਵੀ ਕਿਸੇ ਨੇ ਖੇੜ ਖੜਾ ਕੇ ਹੱਸਦਿਆਂ ਨਹੀਂ ਸੀ ਵੇਖਿਆ। ਇੰਨੇ ਗੰਭੀਰ ਆਪਣੇ ਜੀਵਨ ਦੇ ਵਿੱਚ। ਤੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੇ ਪੜ੍ਹ ਕੇ ਵੇਖੀਏ ਤੇ ਮਹਾਰਾਜ ਜੀ ਦੀ ਅਵਸਥਾ ਦੇ ਬਾਰੇ ਪਤਾ ਲੱਗਦਾ ਹੈ। ਸਾਰੀ ਬਾਣੀ ਇਹ ਦੱਸਿਆ ਕਿ ਬੰਦਿਆ ਇਹ ਮਨੁੱਖਾ ਜਨਮ ਬੜਾ ਅਮੋਲਕ ਹੈ, ਬੀਤ ਜਹ ਜਨਮ ਅਕਾਜ ਰੇ, ਕਿਉਂ ਨ ਹਰ ਕੋ ਨਾਮ ਲੈ ਮੂਰਖ ਨੀਲਾਜ ਰੇ। चेतना है तो चेत लै निस दिन में प्राणी, छिन छिन ओद बिहात है हूटे घट जिਉ पानी। किन्ने शब्द गुरबाणी दे विच हर जस रे मना गाए लै, जो संगी
ਹੈ ਤੇਰੋ ਓਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੈਰੋ। ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਇਹ ਉਪਦੇਸ਼ ਦਿੰਦੇ ਨੇ। ਪਿਆਰੇ ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਪਿਆਰੇ ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਪਿਆਰੇ ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਹਰ ਜਸ ਜੀ ਗਾਏ ਲੈ ਮਣਾ। ਤੂੰ ਹਰ ਜਸ ਜੀ ਗਾਏ ਲੈ ਮਣਾ। ਹਰ ਜਸ ਜੀ ਗਾਏ ਲੈ ਮਣਾ। ਹਰ ਜਸ ਜੀ ਗਾਏ ਲੈ ਮਨਾ। ਹਰ ਜਸ ਦੀ ਗਾਏ ਲੈ ਮਨਾ। ਹਰ ਜਸ ਜੀ ਗਾਏ ਲੈ ਮਣਾ। ਹਰ ਜਸ ਜੀ ਗਾਏ ਲੈ ਮਣਾ। ਹਰ ਜਸ ਜੀ ਗਾਏ ਲੈ ਮਨਾ। ਹਰ ਜਸ ਦੀ ਗਾਏ ਲੈ ਮਨਾ। ਹਰ ਜਸ ਦੀ ਗਾਏ ਲੈ ਮਨਾ। ਸੰਗੀ ਹੈ ਤੇਰੋ, ਸੰਗੀ ਹੈ ਤੇਰੋ, ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਪਿਆਰੇ ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਣਾ। ਪਿਆਰੇ ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਨਾ। ਪਿਆਰੇ ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਨਾ। ਪਿਆਰੇ ਜੋ ਸੰਗੀ ਹੈ ਤੇਰੋ, ਹਰ ਜਸ ਗਾਏ ਲੈ ਮਨਾ। ਹਰ ਜਸ ਰੇ ਮਨ ਗਾਏ ਲੈ। ਜੋ ਸੰਗੀ ਹੈ ਤੇਰੋ, ਓ ਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਚੇਤਨਾ ਹੈ ਤੋ ਚੇਤ ਲੈ। ਜਿਸ ਦਿਨ ਮੈਂ ਹੈ ਪ੍ਰਾਣੀ ਛਿਨ ਛਿਨ ਓਦ ਬਿਹਾਤ ਹੈ। ਬੂਟੇ ਕੱਢ ਜੋ ਪਾਣੀ। ਇਹੀ ਉਪਦੇਸ਼ ਸਤਿਗੁਰ ਜੀ ਦਾ ਦਿਨ ਤੇ ਰਾਤ ਉਸ ਵਾਹਿਗੁਰੂ ਨੂੰ ਚੇਤੇ ਕਰ।
ਛਿਨ ਛਿਨ ਓਦ ਬਿਹਾਤ ਹੈ, ਫੂੰਟੇ ਘਟ ਜਿਉ ਪਾਣੀ। ਬੰਦਿਆ ਛਿਨ ਛਿਨ ਤੇਰੀ ਉਮਰ ਪਲ ਪਲ ਘਟਦੀ ਜਾ ਰਹੀ ਹੈ। ਜਿਵੇਂ ਮਹਾਰਾਜ ਕਹਿੰਦੇ ਪਾਣੀ ਦੇ ਨਾਲ ਘੜਾ ਭਰਿਆ ਹੋਇਆ ਹੈ, ਪਰ ਘੜੇ ਨੂੰ ਤਰੇੜ ਆਈ ਹੈ ਨਾ, ਤੇ ਬੂੰਦ ਬੂੰਦ ਕਰਕੇ ਪਾਣੀ ਸਿਮਦਾ ਤੇ ਇੱਕ ਦਿਨ ਐਸਾ ਹੁੰਦਾ, ਸਮਾਂ ਆਉਂਦਾ, ਘੜਾ ਬਿਲਕੁਲ ਖਾਲੀ ਹੋ ਜਾਂਦਾ। ਜਿੱਦਣ ਆਪਾਂ ਜਨਮ ਲਿਆ ਨਾ, ਉਸੇ ਦਿਨ ਹੀ ਇਸ ਸਰੀਰ ਰੂਪੀ ਘੜੇ ਨੂੰ ਤਰੇੜ ਆ ਗਈ ਸੀ। ਜਿੱਦਣ ਪਹਿਲਾ ਸਾਹ ਲਿਆ, ਸਵਾਸ ਲਿਆ ਆਪਾਂ, ਉਸੇ ਦਿਨ ਹੀ ਇਸ ਸਰੀਰ ਰੂਪੀ ਘੜੇ ਨੂੰ ਤਰੇੜ ਆ ਗਈ ਸੀ। ਤੇ ਪਿਆਰਿਓ, ਸਵਾਸ ਕਰਕੇ ਮਹਾਰਾਜ ਕਹਿੰਦੇ ਦਿਨ ਤੇ ਰਾਤ ਤੇਰੀ ਉਮਰ ਜਿਹੜੀ ਹੈ ਘਟਦੀ ਜਾ ਰਹੀ ਹੈ, ਸਮੇਂ ਨੂੰ ਸੰਭਾਲ। ਸ਼ਲੋਕ ਸੱਚੇ ਪਾਤਸ਼ਾਹ ਜੀ ਦੇ ਆਪਾਂ ਬੜੀ ਵਾਰ ਸਰਵਣ ਕੀਤੇ ਹੋਣੇ ਨੇ। ਜਦੋਂ ਭੋਗ ਪੈਂਦਾ ਹੈ ਅਖੰਡ ਪਾਠ ਸਾਹਿਬ ਦਾ, ਅੰਤ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਹੁੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ ਨਾ, ਮਨੁੱਖਾ ਜਨਮ ਲੈ ਕੇ ਇਨ੍ਹਾਂ ਸਵਾਸਾਂ ਦੇ ਨਾਲ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਜਨਮ ਅਕਾਰਥ ਕੀਨ, ਉਹਨਾਂ ਦਾ ਸਾਰਾ ਜਨਮ ਅਕਾਰਥ ਹੈ, ਸਫਲ ਨਹੀਂ ਹੈ, ਵਿਅਰਥ ਗਵਾ ਲਿਆ ਉਹਨਾਂ ਨੇ। ਤੇ ਆਪਾਂ ਅੱਗੇ ਬੜੀ ਵਾਰ ਬੇਨਤੀ ਕਰਦੇ ਹੁੰਨੇ ਆ ਕਿ ਇਹੋ ਜਿਹਾ ਪੰਥ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚਲਾ ਕੇ ਗਏ ਨੇ। ਪਰਿਵਾਰ ਛੱਡਣ ਦੀ ਲੋੜ ਨਹੀਂ, ਸੰਸਾਰ ਛੱਡਣ ਦੀ ਲੋੜ ਨਹੀਂ, ਬੱਚਿਆਂ ਦੇ ਵਿੱਚ ਰਹੋ, ਕੰਮ ਕਾਰ ਕਰੋ, ਜ਼ਿੰਮੇਵਾਰੀਆਂ ਨਿਭਾਓ, ਪਰ ਤਰੀਕਾ ਦੱਸ ਕੇ ਗਏ ਨੇ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਕੰਮ ਕਾਰ ਕਰਦਿਆਂ ਹੋਇਆਂ, ਮਾਇਆ ਤੋਂ ਆਪਣੇ ਮਨ ਨੂੰ ਨਿਰਲੇਪ ਕਿਵੇਂ ਰੱਖਣਾ ਹੈ। ਇਹ ਮਾਇਆ ਦੀਆਂ ਜਿਹੜੀਆਂ ਤੰਦਾਂ ਨੇ, ਇਸ ਮਨ ਨੂੰ ਵਿਆਪਨ ਨਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹੋ ਜਿਹਾ ਰਾਹ ਵਿਖਾ ਕੇ ਗਏ ਨੇ, ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਪਹੁੰਚਣ ਦਾ। ਪਰ ਅਸੀਂ ਉਸ ਰਾਹ ਤੇ ਚੱਲਣ ਦਾ ਯਤਨ ਹੀ ਨਹੀਂ ਕਰਦੇ, ਉਸ ਰਾਹ ਦੇ ਪੰਧ ਹੀ ਨਹੀਂ ਬੰਦੇ। ਸਾਨੂੰ ਦਾਤਾਂ ਪਿਆਰੀਆਂ ਲੱਗਦੀਆਂ ਨੇ, ਦਾਤਾਂ ਮੰਗੀ ਜਾਂਦੇ ਆ, ਪਰ ਦਾਤਾ ਦੇਣ ਵਾਲੇ ਦਾਤੇ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਾਂ ਭੁਲਾ ਹੀ ਦਿੱਤਾ ਹੈ, ਬਾਹਰ ਹੀ ਕੱਢ ਦਿੱਤਾ ਹੈ। ਜੋ ਕੁਛ ਵੀ ਅੱਜ ਸਾਡੇ ਕੋਲ ਹੈ, ਜੋ ਕੁਛ ਵੀ ਪਰਿਵਾਰ ਹੈ, ਕਾਰੋਬਾਰ ਹੈ, ਜ਼ਮੀਨ ਹੈ, ਕਾਰੋਬਾਰ ਹੈ, ਬੱਚੇ ਨੇ, ਜੋ ਕੁਛ ਵੀ ਹੈ, ਮਾਨ ਸਨਮਾਨ, ਵਡਿਆਈ, ਸੋਭਾ, ਗੁਣ, ਜੋ ਵੀ ਸਾਡੇ ਕੋਲ ਹੈ, ਇਹ ਗੁਰੂ ਦਾ ਦਿੱਤਾ ਹੋਇਆ, ਪਰਮਾਤਮਾ ਦਾ ਦਿੱਤਾ ਹੋਇਆ ਹੈ। ਤੇ ਅਸੀਂ ਉਸ ਦਾਤੇ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਸਾਰ ਦਿੱਤਾ ਹੈ। ਤੇ ਤਾਂ ਹੀ ਪਿਆਰਿਓ ਅੱਜ ਅਸੀਂ ਦੁਖੀ ਹਾਂ। ਸਾਡੇ ਦੁਖੀ ਹੋਣ ਦਾ ਕਾਰਨ ਹੀ ਇੱਕੋ ਹੈ ਕਿ ਅਸੀਂ ਗੁਰੂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਣੀ ਯਾਦ ਦੇ ਵਿੱਚੋਂ ਭੁਲਾ ਦਿੱਤਾ ਹੈ, ਬਾਹਰ ਕੱਢ ਦਿੱਤਾ ਗੁਰੂ ਨੂੰ। ਦਾਤਾਂ ਤੇ ਚੰਗੀਆਂ ਲੱਗਦੀਆਂ ਨੇ, ਘਰ ਚੰਗਾ ਲੱਗਦਾ, ਦਾਤ ਹੈ ਗੁਰੂ ਦੀ, ਪਰਿਵਾਰ ਚੰਗਾ ਲੱਗਦਾ ਹੈ, ਬੱਚੇ ਚੰਗੇ ਲੱਗਦੇ ਨੇ, ਇਹ ਵੀ ਗੁਰੂ ਦੀ ਦਾਤ ਹੈ। ਗੱਡੀਆਂ ਚੰਗੀਆਂ ਲੱਗਦੀਆਂ ਨੇ, ਲੋਕ ਵਡਿਆਈ ਕਰਦੇ ਨੇ, ਬੜਾ ਖੁਸ਼ ਹੁੰਦਾ, ਪਰ ਇਹ ਵੀ ਗੁਰੂ ਦੀ ਦਿੱਤੀ ਹੋਈ ਵਡਿਆਈ ਹੈ। ਤੇ ਜੇ ਅੱਜ ਅਸੀਂ ਦੁਖੀ ਆ ਨਾ, ਸੁੱਖ ਸਾਡੇ ਕੋਲ ਬੜੇ ਨੇ, ਸੋਹਣੇ ਘਰ ਨੇ, ਜ਼ਮੀਨ ਜਾਇਦਾਦ ਹੈ, ਗੱਡੀਆਂ ਨੇ, ਹੱਥ ਸੌਖੇ ਨੇ, ਬੜਾ ਸੌਖਾ ਜੀਵਨ ਹੈ, ਪਰ ਮਨ ਫਿਰ ਵੀ ਦੁਖੀ ਨੇ। ਮਨ ਦੁਖੀ ਨੇ, ਮਨ ਪਰੇਸ਼ਾਨ ਨੇ। ਕਾਰਨ ਕੀ ਹੈ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਭ ਤੋਂ ਵੱਡਾ ਪਿਆਰਿਓ ਦੁੱਖ ਹੈ ਵਿਛੋੜਾ। ਅਸੀਂ ਵਿਛੜ ਗਏ ਆਪਣੇ ਗੁਰੂ ਦੇ ਨਾਲੋਂ, ਪਰਮਾਤਮਾ ਦੇ ਨਾਲੋਂ, ਬਾਣੀ ਦੇ ਨਾਲੋਂ, ਬਾਣੇ ਦੇ ਨਾਲੋਂ, ਅੰਮ੍ਰਿਤ ਵੇਲੇ ਦੇ ਨਾਲੋਂ। ਤੇ ਫਿਰ ਪਿਆਰਿਓ ਸੁਖ ਜੀਵਨ ਦੇ ਵਿੱਚ ਕਿੱਥੋਂ ਪਾਲਦੇ ਆ? ਮਨ ਕਿਵੇਂ ਸੁਖੀ ਹੋਏ? ਪਦਾਰਥਾਂ ਦੇ ਨਾਲ ਮਨ ਸੁਖ ਨਹੀਂ ਹੋ ਸਕਦਾ। ਸਰੀਰ ਨੂੰ ਸੁਖ ਮਿਲ ਸਕਦਾ ਜ਼ਰੂਰ ਹੈ। ਹੁਣ ਜਿਵੇਂ ਆਪਾਂ ਗਰਮੀਆਂ ਆ ਰਹੀਆਂ ਨੇ, ਏਸੀ ਵਾਲੇ ਕਮਰੇ 'ਚ ਬਹਿੰਦੇ ਆ,
ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ, ਪਰ ਮਨ ਥੋੜੀ ਠੰਡਾ ਹੋ ਚੱਲਿਆ ਹੈ। ਮਨ ਤੇ ਅੰਦਰੋਂ ਤਪਦਾ ਪਿਆ ਹੈ ਨਾ, ਵਾਸ਼ਨਾਵਾਂ ਦੇ ਵਿੱਚ, ਵਿਕਾਰਾਂ ਦੇ ਵਿੱਚ। ਯਾਦ ਰੱਖਿਓ, ਪਦਾਰਥਾਂ ਦੇ ਨਾਲ ਸਰੀਰ ਦਾ ਸੁੱਖ ਤੇ ਮਿਲ ਸਕਦਾ ਹੈ, ਮਿਲ ਜਾਵੇਗਾ, ਪਰ ਪਦਾਰਥਾਂ ਦੇ ਵਿੱਚੋਂ ਮਨ ਦਾ ਸੁੱਖ ਕਦੇ ਵੀ ਨਹੀਂ ਮਿਲ ਸਕਦਾ। ਗੁਰਬਾਣੀ ਦੇ ਅਨੇਕਾਂ ਬਚਨ ਆਪਾਂ ਪੜ੍ਹਦੇ ਹਾਂ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਰਹੋ ਵਿਚਾਰ। ਜਦੋਂ ਸੁਣਿਆ ਭਾਈ ਗੜੀਏ ਦੇ ਕੋਲੋਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਭਾਈ ਮੱਖਣ ਸ਼ਾਹ ਜੇ ਗੁਰੂ ਦੇ ਦਰਬਾਰ ਦੇ ਵਿੱਚ ਆਈਦਾ, ਫਿਰ ਨਿਮਾਣੇ ਬਣ ਕੇ ਨੀਵੇਂ ਹੋ ਕੇ ਆਈਦਾ, ਤਾਂ ਗੁਰੂ ਦੀ ਬਖਸ਼ਿਸ਼ ਮਿਲਦੀ ਹੈ, ਖੁਸ਼ੀ ਮਿਲਦੀ ਹੈ। ਉਸੇ ਵੇਲੇ ਹੀ ਫਿਰ ਭਰੋਸਾ ਵੱਜ ਗਿਆ ਕਿ ਇਹ ਪੂਰੇ ਨੇ। ਉਸੇ ਵੇਲੇ ਘੋੜੇ ਤੋਂ ਉਤਰਿਆ, ਆਪਣੇ ਪੈਰਾਂ 'ਚੋਂ ਜੋੜਾ ਲਾਇਆ, ਨੰਗੇ ਪੈਰੀ ਇਕੱਲਾ ਹੀ ਫਿਰ ਉੱਥੋਂ ਚੱਲ ਪਿਆ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ, ਦੀਦਾਰ ਕਰਨ ਵਾਸਤੇ। ਪਰ ਅਜੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਹੈ ਕਿ ਮਨਾ ਅਜੇ ਵੀ 5 ਹੀ ਮੋਹਰਾਂ ਰੱਖਣੀਆਂ ਨੇ। ਜੇ ਪੂਰੇ ਹੋਣਗੇ, ਜੇ ਇਹਨਾਂ ਨੇ ਮੇਰਾ ਬੇੜਾ ਬੰਨੇ ਲਾਇਆ ਹੋਏਗਾ ਤੇ ਫਿਰ ਆਪੇ ਮੰਗ ਲੈਣਗੇ। ਕੱਲਾ ਹੀ ਹੁਣ ਭਾਈ ਗੜੀਆ ਜੀ ਨਾਲ ਨੇ, ਭਾਈ ਮੱਖਣ ਸ਼ਾਹ ਨਾਲ ਤੁਰਿਆ ਜਾ ਰਿਹਾ। ਹੁਣ ਕੱਲਾ ਹੀ ਸੱਚੇ ਪਾਤਸ਼ਾਹ ਜੀ ਭੋਰੇ ਦੇ ਵਿੱਚ ਨੇ ਨਾ। ਜਦੋਂ ਭੋਰੇ ਦੇ ਵਿੱਚ ਨੇ ਗਿਆ ਅੰਦਰ, ਜਦੋਂ ਜਾ ਕੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ, ਤੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਝਾਲ ਨਾ ਚੱਲ ਸਕਿਆ। ਪਿਆਰਿਓ, ਸਿੱਖ ਲਈ ਬੜਾ ਔਖਾ ਹੈ ਗੁਰੂ ਦੇ ਦਰਸ਼ਨਾਂ ਦੀ ਝਾਲ ਚੱਲਣੀ। ਅੰਦਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਕਾਲ ਪੁਰਖ ਦੇ ਨਾਲ ਜੁੜੇ ਨੇ। ਜਦੋਂ ਰਸ ਭਿੰਨੇ ਨੇਤਰ ਮਹਾਰਾਜ ਜੀ ਨੇ ਖੋਲੇ, ਤੇ ਜਦੋਂ ਨਜ਼ਰ ਪਾਈ ਭਾਈ ਮੱਖਣ ਸ਼ਾਹ ਤੇ, ਇਹ ਫਿਰ ਪਿਆਰਿਓ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਨੈਣ ਤੇ ਗਿਆ ਨਾ ਚੱਲਿਆ, ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ। ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ।
ਉਹ ਤੇਜ ਝੱਲਿਆ ਨਾ ਗਿਆ। ਚਰਨ ਫੜ ਲਏ, ਚਰਨ ਫੜ ਕੇ 5 ਮੋਹਰਾਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤੀਆਂ। ਜਦੋਂ 5 ਮੋਹਰਾਂ ਰੱਖੀਆਂ ਨਾ, ਮਹਾਰਾਜ ਨੇ ਨਾ ਆਪਣੇ ਮੋਢੇ ਤੋਂ ਚਾਦਰ ਲਈ ਸੀ, ਸਤਿਗੁਰੂ ਜੀ ਨੇ ਪਾਸੇ ਕੀਤੀ ਤੇ ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ ਆ ਵੇਖ, ਤੇਰਾ ਬੇੜਾ ਬੰਨੇ ਲਾਉਂਦੇ ਆ, ਗੁਰੂ ਨਾਨਕ ਨੇ ਤੇਰੇ ਬੇੜੇ ਕਿਨਾਰੇ ਲਾਏ। ਆ ਵੇਖ, ਬੇੜੇ ਨੂੰ ਬੰਨੇ ਲਾਉਂਦੇ ਆ, ਇੱਕ ਕਿੱਲ ਸਾਡੇ ਮੋਢੇ ਦੇ ਵਿੱਚ ਵੱਜਿਆ, ਅਜੇ ਵੀ ਜ਼ਖਮ ਹਰਾ ਹੈ। ਉਸੇ ਵੇਲੇ ਫਿਰ ਚਰਨਾਂ ਤੇ ਡਿੱਗ ਪਿਆ। ਮਹਾਰਾਜ ਕਹਿਣ ਲੱਗੇ, ਉਦੋਂ ਤੇ 500 ਮੋਹਰਾਂ ਤੂੰ ਗੁਰੂ ਦੇ ਦਸਵੰਧ ਵਾਸਤੇ ਅਰਦਾਸ ਕੀਤੀ ਸੀ, ਹੁਣ 5 ਰੱਖਦਾ। 500 ਅਰਦਾਸ ਕਰਕੇ ਤੇ 5 ਮੋਹਰਾਂ ਭੇਟਾ ਚੜਾਉਣਾ ਹੈ। ਉਸ ਵੇਲੇ ਫਿਰ ਖੁਸ਼ੀ ਦਾ ਟਿਕਾਣਾ ਨਾ ਰਿਹਾ ਕਿ ਪੂਰਾ ਗੁਰੂ ਲੱਭ ਗਿਆ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰੋਕ ਦਿੱਤਾ, ਭਾਈ ਰੋਲਾ ਨਹੀਂ ਪਾਉਣਾ। ਤੇ ਜਦੋਂ ਪਤਾ ਲੱਗਾ ਭਾਈ ਮੱਖਣ ਸ਼ਾਹ ਨੂੰ ਕਿ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦੇ ਮੂੰਹ ਤੇ ਕਾਲਖ ਕਾਲਾ ਕੀਤਾ ਜਾਏਗਾ, ਉਹਦਾ ਮੂੰਹ ਤੇ ਵੇਖੋ ਕਿੰਨੀ ਭਾਵਨਾ ਹੋਏਗੀ ਸਿੱਖ ਦੀ। ਭਾਈ ਮੱਖਣ ਸ਼ਾਹ ਦੀ ਕਾਲਖ ਦੇ ਨਾਲ ਫਿਰ ਆਪਣਾ ਮੂੰਹ ਆਪ ਕਾਲਾ ਕਰਕੇ ਮਹਾਰਾਜ ਵੇਖੋ ਸੰਗਤ ਪੂਰੇ ਗੁਰੂ ਦੀ ਭਾਲ ਕਰਦੀ ਪਈ ਹੈ। ਕੱਚੇ ਮਹਾਰਾਜ ਸੰਗਤ ਨੂੰ ਗੁੰਮਰਾਹ ਕਰਦੇ ਪਏ ਨੇ, ਠੱਗਦੇ ਪਏ ਨੇ, ਹੁਣ ਕਿਰਪਾ ਕਰੋ। ਤੇ ਫਿਰ ਭਾਈ ਮੱਖਣ ਸ਼ਾਹ ਨੇ ਆਪਣਾ ਮੂੰਹ ਆਪ ਕਾਲਾ ਕਰਕੇ ਚੁਬਾਰੇ ਤੇ ਚੜ੍ਹ ਕੇ ਆਪਾਂ ਇਹ ਬਚਨ ਆਮ ਸੁਣਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਪਰਨਾ ਫੇਰਿਆ, ਹੱਥ ਦੇ ਵਿੱਚ ਪੱਲਾ ਫੜ ਕੇ ਘੁਮਾਇਆ ਕਿ ਪੂਰਾ ਗੁਰੂ ਲੱਭ ਗਿਆ। ਤੇ ਜਿਵੇਂ ਸੰਗਤ ਨੂੰ ਪਤਾ ਲੱਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿੱਚ ਹੈ। ਗੱਦੀ ਦੇ ਮਾਲਕ ਇਹ ਨੇ, ਸੰਗਤਾਂ ਵਹੀਰਾਂ ਕੱਤ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਪਹੁੰਚੀਆਂ। ਲਾਈਨਾਂ ਲੱਗੀਆਂ ਸੰਗਤ ਦੀਆਂ। ਹੁਣ ਜਦੋਂ ਸੰਗਤ ਆਈ ਹੈ ਤੇ ਸੰਗਤ ਫਿਰ ਭੇਟਾਵਾਂ ਲੈ ਕੇ ਆਈ ਸੀ, ਭੇਟਾਵਾਂ ਦੇ ਢੇਰ ਲੱਗੇ, ਮਾਇਆ ਦੇ ਢੇਰ ਲੱਗੇ। ਹੁਣ ਧੀਰ ਮਲ ਈਰਖਾ ਦੇ ਵਿੱਚ ਸੜਨ ਲੱਗ ਪਿਆ ਕਿ ਜਿਹੜਾ ਸਾਡਾ ਪਾਜ ਸੀ ਉਹ ਉਗੜ ਗਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਪ੍ਰਗਟ ਹੋ ਗਏ ਨੇ, ਸੰਗਤ ਨੂੰ ਪਤਾ ਲੱਗ ਗਿਆ। ਸੀਏ ਮਸੰਦ ਦੇ ਨਾਲ ਮਿਲ ਕੇ ਸੀਏ ਮਸੰਦ ਨੇ ਆਖਿਆ ਕਿ ਆਪਾਂ ਇਦਾਂ ਕਰਦੇ ਆਂ, ਇਹ ਜਦੋਂ ਸ਼ਾਮ ਨੂੰ ਬਾਹਰ ਆਉਂਦੇ ਨੇ ਨਾ ਸੈਰ ਵਾਸਤੇ ਗੁਰੂ ਤੇਗ ਬਹਾਦਰ ਜੀ, ਤੇ ਆਪਾਂ ਗੋਲੀ ਚਲਾ ਕੇ ਇਹਨਾਂ ਦਾ ਸਦਾ ਵਾਸਤੇ ਕੰਮ ਖਤਮ ਕਰ ਦਿੰਨੇ ਆ, ਨਾ ਇਹ ਰਹਿਣਗੇ। ਤੇ ਇਹਨਾਂ ਤੋਂ ਬਾਅਦ ਸਭ ਤੋਂ ਵੱਡੇ ਦਾਅਵੇਦਾਰ ਤੁਸੀਂ ਹੋ ਗੱਦੀ ਦੇ, ਕਿਉਂਕਿ ਧੀਰਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਸੀ ਤੇ ਇੱਕ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਵੀ ਸਨ। 2 ਪੁੱਤਰ ਸਨ ਬਾਬਾ ਗੁਰਦਿੱਤਾ ਜੀ ਦੇ, ਗੁਰੂ ਹਰਿਰਾਏ ਸਾਹਿਬ ਜੀ ਤੇ ਧੀਰਮਲ ਸੋਢੀ ਵੰਸ਼ ਦੇ ਵਿੱਚੋਂ ਵੀ ਸੀ। ਤੇ ਇਹਨਾਂ ਨੇ ਸਲਾਹ ਕਰਕੇ ਸ਼ਾਮ ਨੂੰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੈਰ ਵਾਸਤੇ ਆਉਣਾ ਹੈ, ਇਹ ਇੱਕ ਪਾਸੇ ਨਿਸ਼ਾਨਾ ਬਣਾ ਕੇ ਖਲੋ ਗਏ। ਧੀਰਮਲ ਵੀ ਖਲੋਤਾ ਹੈ, ਨਾਲ ਸੀਹਾ ਮਸੰਦ ਹੈ, ਉਹਦੇ ਹੱਥ ਦੇ ਵਿੱਚ ਬੰਦੂਕ ਹੈ, ਨਿਸ਼ਾਨਾ ਲਾਇਆ ਹੋਇਆ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਉਣਗੇ ਸਿੱਧੇ ਮੱਥੇ ਦੇ ਵਿੱਚ ਗੋਲੀ ਮਾਰਨੀ। ਹੁਣ ਅੱਜ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਨੇ, ਪਹਿਲਾਂ ਤੇ ਮਹਾਰਾਜ ਭੋਰੇ ਦੇ ਵਿੱਚ ਰਹੇ, ਅੱਜ ਜਦੋਂ ਸਤਿਗੁਰ ਜੀ ਆਉਂਦੇ ਨੇ ਅੱਗੇ ਅੱਗੇ ਸੱਚੇ ਪਾਤਸ਼ਾਹ ਜੀ ਨੇ, ਪਿੱਛੇ ਪਿੱਛੇ ਅੱਜ ਸੰਗਤਾਂ ਨੇ, ਸੰਗਤਾਂ ਦੀ ਭੀੜ ਹੈ। ਪਿਆਰ ਵਾਲੇ ਗੁਰਸਿੱਖ ਜਗਿਆਸੂ ਜਨ
ਸਤਿਗੁਰਾਂ ਦੇ ਉੱਤੋਂ ਜਾਨਾਂ ਮਾਰਨ ਵਾਲੇ ਮਹਾਰਾਜ ਘੋੜੀ ਤੇ ਅਸਵਾਰ ਨੇ ਇਦੋਂ ਧੀਰਮਲ ਦੇ ਕਹਿਣ ਤੇ ਸੀਏ ਮਸੰਦ ਨੇ ਗੋਲੀ ਚਲਾਈ। ਜਦੋਂ ਗੋਲੀ ਚੱਲੀ ਹੈ, ਗੋਲੀ ਦੀ ਆਵਾਜ਼ ਸੁਣ ਕੇ ਘੋੜੀ ਜਿਹੜੀ ਉਹ ਤਰਬਕ ਗਈ, ਨਿਸ਼ਾਨਾ ਜਿਹੜਾ ਉਹ ਨਾ ਲੱਗ ਸਕਿਆ। ਇਧਰ ਧੀਰਮਲ ਗੋਲੀ ਚਲਾਉਂਦਾ, ਸੱਚੇ ਪਾਤਸ਼ਾਹ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਧੀਰਮਲ ਪਰਮਾਤਮਾ ਤੇਰਾ ਭਲਾ ਕਰੇ। ਵੇਖੋ, ਤਿੰਨ ਬਚਨ ਸੱਚੇ ਪਾਤਸ਼ਾਹ ਜੀ ਨੇ ਉੱਥੇ ਕੀਤੇ। ਇੱਕ ਪਾਸੇ ਧੀਰਮਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨ ਦਾ ਯਤਨ ਕਰਦਾ, ਸਾਹਮਣੇ ਗੋਲੀ ਚੱਲਦੀ ਪਈ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਧੀਰਮਲ ਵਾਹਿਗੁਰੂ ਤੇਰਾ ਭਲਾ ਕਰੇ। ਦੂਜਾ ਬਚਨ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ, ਧੀਰਮਲ ਤੇਰੇ ਅੰਦਰ ਨੂੰ ਸ਼ਾਂਤੀ ਨਾਮ ਤੋਂ ਬਿਨਾ ਨਹੀਂ ਮਿਲਣੀ। ਤੇ ਤੀਜਾ ਬਚਨ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਕੀਤਾ, ਧੀਰਮਲ ਵਾਹਿਗੁਰੂ ਤੈਨੂੰ ਮਾਇਆ ਦੇ ਛਲ ਤੋਂ ਬਚਾਵੇ। ਜਿਹੜੇ ਮਾਇਆ ਦੇ ਛਲ ਦੇ ਵਿੱਚ ਤੂੰ ਪਿਆ ਹੋਇਆ ਹੈ, ਦਿਨ ਰਾਤ ਈਰਖਾ ਦੇ ਵਿੱਚ ਸੜਦਾ ਪਿਆ, ਵਾਹਿਗੁਰੂ ਤੇਰੇ ਅੰਦਰ ਨੂੰ ਸ਼ਾਂਤੀ ਬਖਸ਼ੇ। ਇਹ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤੇ। ਇੱਥੇ ਵੀ ਸਿਖਾਇਆ ਕਿ ਜੇ ਕੋਈ ਸਾਡੇ ਨਾਲ ਮਾੜਾ ਵੀ ਕਰੇ ਤਾਂ ਵੀ ਕਿਵੇਂ ਸਿੱਖ ਨੇ ਭਲਾ ਮੰਗਣਾ ਹੈ, ਬੁਰੇ ਦਾ ਵੀ ਭਲਾ ਮੰਗਣਾ। ਬਾਬਾ ਫਰੀਦ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕਿਛ ਪਾਏ। ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਘਰ ਵਾਪਸ ਚਲੇ ਜਾਂਦੇ ਨੇ, ਘਰ ਮਹਾਰਾਜ ਜਦੋਂ ਜਾਂਦੇ ਨੇ, ਮਾਤਾ ਨਾਨਕੀ ਜੀ ਨੂੰ ਪਤਾ ਲੱਗਦਾ ਕਿ ਧੀਰਮਲ ਨੇ ਆ ਕੁਕਰਮ ਕੀਤਾ, ਮੇਰੇ ਲਾਲ ਦੇ ਉੱਤੇ ਗੋਲੀ ਚਲਵਾਈ ਹੈ। ਸੱਚੇ ਪਾਤਸ਼ਾਹ ਜੀ ਜਦੋਂ ਉੱਤੇ ਚੁਬਾਰੇ ਦੇ ਵਿੱਚ ਜਾਂਦੇ ਨੇ, ਇਹ ਫਿਰ ਨਾ ਟਲੇ, ਫਿਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੋਲੀ ਦਾ ਵਾਰ ਕੀਤਾ। ਇਸ ਵਾਰੀ ਗੋਲੀ ਸਤਿਗੁਰਾਂ ਦੇ ਮੱਥੇ ਨੂੰ ਛੂਹ ਕੇ ਨਿਕਲ ਗਈ ਹੈ। ਤੇ ਇਸ ਵਾਰੀ ਮਾਤਾ ਨਾਨਕੀ ਜੀ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਆ ਕੇ ਖਲੋ ਗਏ, ਕਿਉਂਕਿ ਮਾਂ ਦਾ ਪਿਆਰ ਹੁੰਦਾ ਹੈ ਆਪਣੇ ਬੱਚਿਆਂ ਦੇ ਨਾਲ। ਮਾਤਾ ਨਾਨਕੀ ਜੀ ਉਹ ਗੋਲੀ ਚਲਾਉਂਦੇ ਪਏ ਨੇ, ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਆ ਕੇ ਖਲੋ ਗਏ ਤੇ ਕਹਿਣ ਲੱਗੇ, ਧੀਰਮਲ ਤੈਨੂੰ ਅਕਲ ਨਹੀਂ ਆਈ। ਇਹ ਦੁਨਿਆਵੀ ਤੌਰ ਤੇ ਵੀ ਰਿਸ਼ਤੇ ਦੇ ਵਿੱਚ ਵੀ ਤੇਰੇ ਤੋਂ ਵੱਡੇ ਨੇ, ਤੇ ਰੂਹਾਨੀਅਤ ਤੌਰ ਤੇ ਵੀ ਤੇਰੇ ਤੋਂ ਵੱਡੇ ਨੇ। ਕਿਉਂਕਿ ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੀਰਮਲ ਦੇ ਚਾਚੇ ਲੱਗਦੇ ਸਨ, ਕਿਉਂਕਿ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਭ ਤੋਂ ਛੋਟੇ ਨੇ, ਤੇ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੈ ਧੀਰਮਲ, ਤੇ ਚਾਚੇ ਲੱਗੇ ਰਿਸ਼ਤੇ ਦੇ ਵਿੱਚ। ਮਾਤਾ ਨਾਨਕੀ ਜੀ ਕਹਿਣ ਲੱਗੇ, ਰਿਸ਼ਤੇ ਦੇ ਵਿੱਚ ਵੀ ਦੁਨਿਆਵੀ ਤੌਰ ਤੇ ਵੀ ਤੇਰੇ ਤੋਂ ਵੱਡੇ ਨੇ, ਤੇ ਉਦਾਂ ਤੇ ਰੂਹਾਨੀਅਤ ਵਾਲੇ ਪਾਸੇ ਜੇ ਵੇਖੇ ਤੇਰੇ ਤੋਂ ਤੇ ਕਿੰਨੇ ਵੱਡੇ ਨੇ, ਤੈਨੂੰ ਅਕਲ ਨਹੀਂ ਆਈ ਅਜੇ ਤੱਕ। ਤੇ ਉਧਰ ਭਾਈ ਮੱਖਣ ਸ਼ਾਹ ਨੂੰ ਜਦੋਂ ਪਤਾ ਲੱਗਦਾ ਹੈ ਨਾ ਮੇਰੇ ਸਤਿਗੁਰ ਦੇ ਉੱਤੇ ਗੋਲੀ ਚਲਾਈ ਹੈ ਈਰਖਾ ਵਾਲੇ ਲੋਕਾਂ ਨੇ, ਉਸੇ ਵੇਲੇ ਹੀ ਆਪਣੇ 400-500 ਸਿਪਾਹੀ ਨਾਲ ਲਏ। ਇੱਧਰ ਧੀਰਮਲ ਤੇ ਸੀਹੇ ਮਸੰਦ ਨੇ ਕੀ ਕੀਤਾ, ਜਿੰਨੀ ਵੀ ਸੰਗਤ ਨੇ ਭੇਟਾ ਚੜਾਈ ਸੀ, ਮਾਇਆ ਚੜਾਈ ਸੀ, ਸਾਰਾ ਕੁਛ ਪੰਡਾਂ ਦੇ ਵਿੱਚ ਬੰਨਿਆ, ਬੰਨ ਕੇ ਤੇ ਆਪਣੇ ਨਾਲ ਲੈ ਗਏ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਇਹਨਾਂ ਨੂੰ ਜੋ ਇਹ ਲਿਜਾਂਦੇ ਨੇ ਇਹਨਾਂ ਨੂੰ ਲਿਜਾਣ ਦਿਓ, ਕਿੰਨਾ ਕੁ ਧੀਰਜ ਹੋਏਗਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ। ਮਹਾਰਾਜ ਕਹਿੰਦੇ ਜੋ ਇਹ ਕਰਦੇ ਨੇ ਇਹਨਾਂ ਨੂੰ ਕਰਨ ਦਿਓ, ਜੋ ਇਹ ਲਿਜਾਣਾ ਚਾਹੁੰਦੇ ਨੇ ਘਰ ਦੇ ਵਿੱਚੋਂ ਇਹਨਾਂ ਨੂੰ ਲਿਜਾਣ ਦਿਓ। ਜਿੰਨੀ ਮਾਇਆ ਸੰਗਤ ਨੇ ਭੇਟਾ ਕੀਤੀ ਸੀ, ਜੋ ਵੀ ਪਦਾਰਥ ਭੇਟਾ ਕੀਤੇ ਸਨ, ਸਭ ਕੁਛ ਇਹ ਚੁੱਕ ਕੇ ਲੁੱਟ ਕੇ ਲੈ ਗਏ। ਭਾਈ ਮੱਖਣ ਸ਼ਾਹ ਨੂੰ ਪਤਾ ਲੱਗਦਾ, ਉਹ ਆਪਣੇ ਲਾਮ ਲਸ਼ਕਰ ਨੂੰ ਨਾਲ ਲੈ ਕੇ, ਸਿਪਾਹੀਆਂ ਨੂੰ ਨਾਲ ਲੈ ਕੇ ਧੀਰਮਲ ਦੇ ਘਰ ਪਹੁੰਚ ਗਿਆ। ਹੁਣ ਜਦੋਂ
ਭਾਈ ਮੱਖਣ ਸ਼ਾਹ ਦੇ ਨਾਲ ਇੰਨੇ ਸਿਪਾਹੀ ਵੇਖੇ, ਨੌਜਵਾਨ ਵੇਖੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਨੇ। ਧੀਰਮਲ ਵੀ ਡਰ ਗਿਆ ਤੇ ਸਿੰਘਾਂ ਮਸੰਦ ਵੀ ਡਰ ਗਿਆ। ਸਿੰਘੇ ਮਸੰਦ ਨੇ ਤਾਂ ਹੱਥ ਜੋੜ ਲਏ। ਫਿਰ ਭਾਈ ਮੱਖਣ ਸ਼ਾਹ ਨੇ ਕੀ ਕੀਤਾ, ਸਿੰਘੇ ਮਸੰਦ ਨੂੰ ਫੜ ਕੇ ਉਹਦੀਆਂ ਬਾਹਾਂ ਪਿੱਛੇ ਕਰਕੇ ਤੇ ਉਹਦੀਆਂ ਬਾਹਾਂ ਬੰਨ੍ਹ ਦਿੱਤੀਆਂ, ਮੁਸ਼ਕਾਂ ਬੰਨ੍ਹ ਦਿੱਤੀਆਂ। ਤੇ ਧੀਰਮਲ ਨੂੰ ਭਾਈ ਮੱਖਣ ਸ਼ਾਹ ਕਹਿਣ ਲੱਗਾ, ਆਪਣੀ ਪੈਰਾਂ ਦੀ ਜੁੱਤੀ ਲਾ ਕੇ ਨੰਗੇ ਪੈਰੀ ਮੇਰੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਚੱਲ, ਉਹਨਾਂ ਦੇ ਕੋਲੋਂ ਮਾਫੀ ਮੰਗਣ ਵਾਸਤੇ। ਜਿਹੜਾ ਅੱਜ ਤੂੰ ਕਰਮ ਕੀਤਾ ਹੈ ਨਾ, ਇੱਕ ਸਿੱਖ ਦੇ ਹੁੰਦਿਆਂ ਜੇ ਕੋਈ ਗੁਰੂ ਦੀ ਬੇਅਦਬੀ ਕਰ ਜੇ, ਫਿਰ ਸਿੱਖ ਦਾ ਸੰਸਾਰ ਦੇ ਵਿੱਚ ਜਿਉਣ ਦਾ ਕੀ ਫਾਇਦਾ ਹੈ। ਮੇਰੇ ਸਤਿਗੁਰ ਦੇ ਉੱਤੇ, ਮੇਰੇ ਪ੍ਰੀਤਮ ਦੇ ਉੱਤੇ ਤੁਸੀਂ ਗੋਲੀ ਚਲਾਈ ਹੈ, ਸਿੰਘੇ ਮਸੰਦ ਦੀਆਂ ਮੁਸ਼ਕਾਂ ਬੰਨ੍ਹ ਲਈਆਂ। ਜਿੰਨੀ ਉਹ ਮਾਇਆ ਜਾਂ ਪਦਾਰਥ ਜੋ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚੋਂ ਲੈ ਕੇ ਆਏ ਸਨ, ਆਪਣੇ ਬੰਦਿਆਂ ਨੂੰ ਕਹਿ ਕੇ ਸਾਰੇ ਉਹ ਪਦਾਰਥ ਪੰਡਾਂ ਬੰਨੀਆਂ ਤੇ ਨਾਲ ਉਹ ਸਾਰੇ ਪਦਾਰਥ ਮਾਇਆ ਚੱਕ ਲਈ। ਤੇ ਭਾਈ ਮੱਖਣ ਸ਼ਾਹ ਧੀਰਮਲ ਤੇ ਸਿੰਘੇ ਮਸੰਦ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਿਆ। ਮਹਾਰਾਜ ਜੀ ਉਸੇ ਤਰ੍ਹਾਂ ਹੀ ਆਨੰਦ ਦੇ ਵਿੱਚ ਆਸਨ ਤੇ ਬਿਰਾਜਮਾਨ ਨੇ। ਜਾ ਕੇ ਮਹਾਰਾਜ, ਮੈਂ ਤੁਹਾਡੇ ਮੁਲਜ਼ਮ ਲੈ ਕੇ ਆਇਆ, ਜਿਨ੍ਹਾਂ ਨੇ ਤੁਹਾਡੇ ਤੇ ਗੋਲੀ ਚਲਾਈ, ਆ ਸਿੰਘਾਂ ਮਸੰਦ ਤੇ ਆ ਧੀਰਮਲ। ਮਹਾਰਾਜ ਭਾਈ ਮੱਖਣ ਸ਼ਾਹ ਵੱਲ ਵੇਖਦੇ ਨੇ, ਸਿੰਘੇ ਮਸੰਦ ਵੱਲ ਵੇਖਦੇ ਨੇ, ਧੀਰਮਲ ਵੱਲ ਵੇਖਦੇ ਨੇ, ਤੇ ਫਿਰ ਕਹਿੰਦੇ ਨੇ ਮੱਖਣ ਸ਼ਾਹ ਨੂੰ, ਇੱਥੋਂ ਤੱਕ ਕਿ ਜਦੋਂ ਧੀਰਮਲ ਦੇ ਘਰੋਂ ਲੈ ਕੇ ਆਏ ਨਾ ਮੱਖਣ ਸ਼ਾਹ, ਧੀਰਮਲ ਤੇ ਸਿੰਘੇ ਮਸੰਦ ਨੂੰ ਜਿੰਨੀ ਵੀ ਮਾਇਆ ਸੀ ਲੈ ਕੇ ਗਏ ਸਨ, ਵਾਪਸ ਲੈ ਕੇ ਆਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਆ ਭਾਈ ਮੱਖਣ ਸ਼ਾਹ ਧੀਰਮਲ ਦੇ ਘਰੋਂ। ਤੇ ਮਹਾਰਾਜ ਉਸ ਵੇਲੇ ਕਹਿਣ ਲੱਗੇ, ਮੱਖਣ ਸ਼ਾਹ ਇਹਨਾਂ ਨੂੰ ਛੱਡ ਦੇ, ਇਹਨਾਂ ਨੂੰ ਬਖਸ਼ ਦੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਦਾਂ ਬਚਨ ਕੀਤੇ ਨਾ, ਤੇ ਭਾਈ ਮੱਖਣ ਸ਼ਾਹ ਸਤਿਗੁਰਾਂ ਦੇ ਕੋਲ ਹੋ ਕੇ ਨਾ ਰੋਣ ਲੱਗ ਪਿਆ, ਕਿਉਂਕਿ ਅੰਦਰ ਪ੍ਰੇਮ ਸੀ ਗੁਰੂ ਦੇ ਨਾਲ, ਸੱਚਾ ਪ੍ਰੇਮ ਸੀ ਕਿ ਮੇਰੇ ਗੁਰੂ ਦੇ ਉੱਤੇ ਇਹਨਾਂ ਨੇ ਗੋਲੀ ਚਲਾਈ ਹੈ। ਮਹਾਰਾਜ ਤੁਸੀਂ ਆਪਣੇ ਸਿੱਖ ਨੂੰ ਇਹ ਤਾਕਤ ਬਖਸ਼ੀ ਹੈ, ਅੱਜ ਜੋ ਕੁਝ ਮੇਰੇ ਕੋਲ ਹੈ। ਮੱਖਣ ਸ਼ਾਹ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਅੱਜ ਮਹਾਰਾਜ ਜੋ ਵੀ ਮੇਰੇ ਕੋਲ ਹੈ ਨਾ, ਜਿੰਨੀ ਵੀ ਤਾਕਤ ਹੈ, ਇਹ ਤੁਹਾਡੀ ਬਖਸ਼ੀ ਹੋਈ ਹੈ। ਤੇ ਮੇਰੇ ਹੁੰਦਿਆਂ ਕੋਈ ਮੇਰੇ ਗੁਰੂ ਦੀ ਬੇਅਦਬੀ ਕਰੇ, ਮੇਰੇ ਗੁਰੂ ਦੇ ਉੱਤੇ ਵਾਰ ਕਰੇ, ਇਹ ਮੈਂ ਨਹੀਂ ਸਹਿ ਸਕਦਾ। ਤੇ ਮਹਾਰਾਜ ਕਹਿੰਦੇ ਨੇ, ਮੱਖਣ ਸ਼ਾਹ ਬਲ ਹੁੰਦਿਆਂ ਹੋਇਆਂ ਵੀ ਕਿਸੇ ਨੂੰ ਬਖਸ਼ ਦੇਣਾ, ਇਹਦੇ ਵਰਗਾ ਸੰਸਾਰ ਦੇ ਵਿੱਚ ਇਦੋਂ ਵੱਡਾ ਕੋਈ ਤਪ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਮੱਖਣ ਸ਼ਾਹ ਸ਼ਕਤੀ ਕੋਲ ਹੁੰਦਿਆਂ ਹੋਇਆਂ, ਬਲ ਹੁੰਦਿਆਂ ਹੋਇਆਂ ਵੀ ਕਿਸੇ ਦੇ ਔਗਣ ਨੂੰ, ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇਣਾ, ਇਦੋਂ ਵੱਡਾ ਸੰਸਾਰ ਦੇ ਵਿੱਚ ਹੋਰ ਕੋਈ ਦਾਨ ਨਹੀਂ ਹੁੰਦਾ। ਇਹਨਾਂ ਨੂੰ ਜਾਣ ਦੇ, ਇਹਨਾਂ ਨੂੰ ਤੂੰ ਛੱਡ ਦੇ। ਤੇ ਸਤਿਗੁਰਾਂ ਦੇ ਕਹਿਣ ਤੇ ਭਾਈ ਮੱਖਣ ਸ਼ਾਹ ਨੇ ਫਿਰ ਸਿੰਘੇ ਮਸੰਦ ਨੂੰ ਤੇ ਧੀਰਮਲ ਦੋਵਾਂ ਨੂੰ ਜਾਣ ਦਿੱਤਾ। ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਉਹ ਜਾਣ ਲੱਗੇ ਨਾ, ਜਿਹੜੀ ਮਾਇਆ ਉਹ ਗੁਰੂ ਦਰਬਾਰ ਦੇ ਵਿੱਚੋਂ ਆਪਣੇ ਘਰ ਲੈ ਕੇ ਗਏ ਸਨ, ਤੇ ਭਾਈ ਮੱਖਣ ਸ਼ਾਹ ਫਿਰ ਦੁਬਾਰਾ ਲੈ ਕੇ ਆਇਆ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਮਾਇਆ ਫਿਰ ਉਹਨਾਂ ਨੂੰ ਵਾਪਸ ਕਰ ਦਿੱਤੀ ਕਿ ਲੈ ਜਾਓ, ਇੰਨੇ ਹੀ ਸਾਰਾ ਪਵਾੜਾ ਪਾਇਆ ਸੀ, ਇਹੀ ਲੜਾਈ ਦੀ ਜੜ ਹੈ, ਇਹਦੇ ਕਰਕੇ ਇੰਨਾ ਕੁਝ ਹੋਇਆ, ਸਾਨੂੰ ਇਹ ਨਹੀਂ ਚਾਹੀਦੀ, ਜੋ ਤੁਹਾਨੂੰ ਇਹ ਮਾਇਆ ਦੀ ਲੋੜ ਹੈ। ਮਹਾਰਾਜ ਨੇ ਫਿਰ ਵਾਪਸ ਕਰ ਦਿੱਤੀ।
ਕਿਹੋ ਜਿਹਾ ਸੱਚੇ ਪਾਤਸ਼ਾਹ ਜੀ ਦਾ ਤਿਆਗ ਵਾਲਾ ਜੀਵਨ, ਸਾਰਾ ਜੀਵਨ ਤਿਆਗ ਦੇ ਵਿੱਚ, ਬੈਰਾਗ ਦੇ ਵਿੱਚ, ਲਗਾਤਾਰ 26 ਸਾਲ ਕੁਛ ਮਹੀਨੇ ਤੇ ਕੁਝ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬੇ ਬਕਾਲੇ ਦੀ ਧਰਤੀ ਤੇ ਅਕਾਲ ਪੁਰਖ ਦੀ ਯਾਦ ਦੇ ਵਿੱਚ ਭੋਰੇ ਦੇ ਵਿੱਚ ਬਹਿ ਕੇ ਜਪ ਤਪ ਕਰਦੇ ਨੇ। ਇਹੋ ਜਿਹਾ ਜੀਵਨ ਤੇ ਆਪਾਂ ਸਾਰਿਆਂ ਨੂੰ ਪਤਾ ਹੈ, ਸਨ 1621 ਦਾ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਫਿਰ ਮਹਾਰਾਜ ਮਾਖੋਵਾਲ ਦੀ ਧਰਤੀ, ਆਨੰਦਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ, ਉਸ ਜ਼ਮੀਨ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਖਰੀਦਦੇ ਨੇ ਤੇ ਨਾਮ ਰੱਖਦੇ ਨੇ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ। ਤੇ ਫਿਰ ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਲਖਨੌਰ ਸਾਹਿਬ ਹੁੰਦਿਆਂ ਹੋਇਆਂ ਜਦੋਂ ਉੱਥੇ ਪਹੁੰਚਦੇ ਨੇ, ਚੱਕ ਨਾਨਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਉੱਥੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਤੇ ਉਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਹਯਾਤੀ ਦੇ ਵਿੱਚ ਫਿਰ ਚੱਕ ਨਾਨਕੀ ਤੋਂ ਉਸ ਧਰਤੀ ਦਾ ਨਾਮ ਰੱਖਿਆ ਆਨੰਦਪੁਰ, ਜਿਹੜੀ ਧਰਤੀ ਖਾਲਸੇ ਦੀ ਜਨਮ ਭੂਮੀ ਹੈ, ਜਿੱਥੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਜਾਇਆ। ਤੇ ਅੱਗੇ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ, ਉੱਥੋਂ ਕਿਵੇਂ ਫਿਰ ਕਸ਼ਮੀਰੀ ਪੰਡਤ ਆਉਂਦੇ ਨੇ। ਜਦੋਂ ਔਰੰਗਜ਼ੇਬ ਵੱਲੋਂ ਸਖਤਾਈ ਕੀਤੀ ਗਈ ਕਿ ਹਿੰਦੁਸਤਾਨ ਦੇ ਵਿੱਚ ਮੈਂ ਇੱਕੋ ਹੀ ਧਰਮ ਰਹਿਣ ਦੇਣਾ, ਇਸਲਾਮ ਧਰਮ, ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟਾ ਦੇਣਾ, ਤੇ ਕਹਿੰਦੇ ਨੇ ਉਦੋਂ ਫਿਰ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਦੇ ਉੱਤੇ ਜ਼ੁਲਮ ਕੀਤਾ ਗਿਆ। ਸ਼ੁਰੂਆਤ ਹੋਈ ਕਸ਼ਮੀਰ ਤੋਂ। ਕਿਉਂ? ਕਹਿੰਦੇ ਨੇ ਕਸ਼ਮੀਰ ਦੇ ਜਿਹੜੇ ਪੰਡਤ ਸਨ ਉਹ ਸਾਰੇ ਹਿੰਦੁਸਤਾਨ ਦੇ ਵਿੱਚੋਂ ਪੜ੍ਹੇ ਲਿਖੇ ਸਨ। ਜਿੰਨੇ ਵੀ ਹਿੰਦੂਆਂ ਦੇ ਆਗੂ ਪੰਡਤ ਸਨ ਉਹ ਕਸ਼ਮੀਰ ਦੇ ਵਿੱਚ ਰਹਿੰਦੇ ਸਨ, ਵੱਡੇ ਵੱਡੇ ਆਚਾਰਿਆ ਜਿਹੜੇ ਸਨ। ਤੇ ਕਹਿੰਦੇ ਕਸ਼ਮੀਰ ਦੇ ਪੰਡਤ ਜੇ ਮੁਸਲਮਾਨ ਬਣ ਗਏ ਤੇ ਬਾਕੀ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਫਿਰ ਔਖਾ ਨਹੀਂ, ਕਿਉਂਕਿ ਜੇ ਆਗੂ ਸਾਡੇ ਧਰਮ ਦੇ ਵਿੱਚ ਆ ਗਏ ਤੇ ਆਮ ਲੋਕ ਤੇ ਫਿਰ ਆਪੇ ਹੀ ਆ ਜਾਣਗੇ ਨਾ ਸਾਡੇ ਧਰਮ ਦੇ ਵਿੱਚ। ਇਸੇ ਕਰਕੇ ਕਸ਼ਮੀਰੀ ਪੰਡਤਾਂ ਦੇ ਉੱਤੇ ਜ਼ੁਲਮ ਕੀਤਾ, ਲਾਲਚ ਦਿੱਤਾ। ਕਹਿੰਦੇ ਕਿ ਜਿਹੜਾ ਲਾਲਚ ਦੇ ਨਾਲ ਮੰਨ ਜੇ ਮੁਸਲਮਾਨ ਬਣ ਜੇ ਤਾਂ ਠੀਕ ਹੈ, ਜਿਹੜਾ ਲਾਲਚ ਦੇ ਨਾਲ ਨਾ ਮੰਨੇ ਉਹਨੂੰ ਡਰਾਓ ਧਮਕਾਓ, ਜਿਹੜਾ ਡਰ ਦੇ ਨਾਲ ਵੀ ਨਾ ਮੰਨੇ ਫਿਰ ਉਹਨੂੰ ਜਾਨੋਂ ਮਾਰ ਦਿਓ, ਪਰ ਜਿਵੇਂ ਕਿਵੇਂ ਮੁਸਲਮਾਨ ਬਣਾਓ ਉਹਨਾਂ ਪੰਡਤਾਂ ਨੂੰ। ਤੇ ਉਸ ਵੇਲੇ ਫਿਰ ਕਸ਼ਮੀਰੀ ਪੰਡਤ, ਇਤਿਹਾਸ ਕਹਿੰਦਾ ਹੈ ਕਿ ਸਾਰੇ ਅਮਰਨਾਥ ਜਾਂਦੇ ਨੇ, ਉੱਥੇ ਜਾ ਕੇ ਪੁਕਾਰਾਂ ਕਰਦੇ ਨੇ ਜੋ ਉਹਨਾਂ ਦੇ ਇਸ਼ਟ ਜਿਨ੍ਹਾਂ ਨੂੰ ਮੰਨਦੇ ਸਨ। ਉੱਥੋਂ ਫਿਰ ਕਹਿੰਦੇ ਕਈ ਇਤਿਹਾਸਕਾਰ ਲਿਖਦੇ ਨੇ ਪੱਤਰਕਾ ਮਿਲਦੀ ਹੈ, ਕਈ ਕਹਿੰਦੇ ਆਕਾਸ਼ਬਾਣੀ ਹੁੰਦੀ ਹੈ ਕਿ ਜੇ ਤੁਹਾਡੇ ਧਰਮ ਨੂੰ ਕੋਈ ਬਚਾ ਸਕਦਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਸਤਿ ਸ੍ਰੀ ਅਕਾਲ। ਗੁਰੂ ਨਾਨਕ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਡੇ ਇਸ ਡੁੱਬਦੇ ਹੋਏ ਧਰਮ ਦਾ ਬੇੜਾ ਬੰਨੇ ਲਾ ਸਕਦੇ ਨੇ। ਫਿਰ ਸਾਰੇ ਕਸ਼ਮੀਰੀ ਪੰਡਤ ਉੱਥੋਂ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਫਿਰ ਸੱਚੇ ਪਾਤਸ਼ਾਹ ਜੀ ਜਦੋਂ ਪੰਡਤ ਆ ਕੇ ਰੋਂਦੇ ਨੇ ਤੇ ਉਦੋਂ ਗੁਰੂ ਗੋਬਿੰਦ ਰਾਏ ਜੀ ਦੀ ਉਮਰ ਹੈ ਲਗਭਗ 9 ਸਾਲ ਦੀ ਤੇ ਮਹਾਰਾਜ ਫਿਰ ਉਥੋਂ ਆਪਣਾ ਬਲੀਦਾਨ ਦੇਣ ਵਾਸਤੇ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ। ਹਿੰਦੂਆਂ ਦਾ ਡੁੱਬਦਾ ਹੋਇਆ ਧਰਮ ਦਾ ਬੇੜਾ ਬਚਾਉਣ ਵਾਸਤੇ
ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਹੀ ਕਿਸੇ ਕੋਲੋਂ ਡਰਨਾ ਹੈ, ਨਾ ਕਿਸੇ ਤੇ ਧੱਕਾ ਕਰਨਾ ਹੈ ਤੇ ਨਾ ਹੀ ਧੱਕਾ ਸਹਿਣਾ ਹੈ। ਅੱਜ ਵੀ ਡਟੇ ਹੋਏ ਨੇ ਨਾ ਕਿਸਾਨ। ਇਹ ਜਜ਼ਬਾ ਸਾਡੇ ਸਤਿਗੁਰੂ ਸਾਡੇ ਵਿੱਚ ਭਰ ਕੇ ਗਏ ਨੇ। ਪੰਜਾਬ ਦੀ ਧਰਤੀ ਤੋਂ ਅੰਦੋਲਨ ਸ਼ੁਰੂ ਹੋਇਆ ਤੇ ਅੱਜ ਸਾਰੇ ਭਾਰਤ ਦੇ ਵਿੱਚ ਅੰਦੋਲਨ, ਦਿੱਲੀ ਮੋਰਚੇ ਲੱਗੇ ਹੋਏ ਨੇ। ਭਾਵੇਂ ਕਿ ਕਿੰਨਾ ਭਿਆਨਕ ਸਮਾਂ ਚੱਲਦਾ ਪਿਆ ਹੈ, ਮਹਾਮਾਰੀ ਦਾ, ਕਰੋਨਾ ਦਾ ਕਿੰਨਾ ਭਿਆਨਕ ਸਮਾਂ ਹੈ, ਪਰ ਧੰਨ ਉਹ ਜਿਹੜੇ ਉਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਨੇ। ਆਪਾਂ ਨੂੰ ਚਾਹੀਦਾ ਉਹਨਾਂ ਕਿਸਾਨਾਂ ਦੇ ਵਾਸਤੇ, ਉਹਨਾਂ ਜੁਝਾਰੂਆਂ ਦੇ ਵਾਸਤੇ ਸਤਿਗੁਰਾਂ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਬਾਣੀ ਦੇ ਜਾਪ ਕਰਨੇ ਚਾਹੀਦੇ ਨੇ। ਮਹਾਰਾਜ ਆਪਣੇ ਹੱਕਾਂ ਦੇ ਲਈ ਕਿਸਾਨਾਂ ਨੇ ਜੋ ਦਿੱਲੀ ਮੋਰਚੇ ਲਾਏ ਨੇ ਨਾ, ਉਹਨਾਂ ਮੋਰਚਿਆਂ ਦੇ ਵਿੱਚ ਆਪ ਜੀ ਨੇ ਅੰਗ ਸੰਗ ਸਹਾਈ ਹੋ ਕੇ ਸਾਰਿਆਂ ਨੂੰ, ਕਿਸਾਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ। ਤੇ ਆਪ ਜੀ ਕਿਰਪਾ ਕਰੋ, ਮੋਰਚਿਆਂ ਨੂੰ ਫਤਿਹ ਬਖਸ਼ੋ। ਆਪਣੇ ਬੱਚਿਆਂ ਦੀ ਲਾਜ ਪਤ ਆਪ ਜੀ ਨੇ ਹੀ ਰੱਖਣੀ ਹੈ। ਸਤਿ ਸ੍ਰੀ ਅਕਾਲ। ਤੇ ਨਾਲ ਨਾਲ ਪਿਆਰਿਓ, ਸੰਸਾਰ ਦੇ ਭਲੇ ਵਾਸਤੇ ਵੀ ਆ ਮਹਾਮਾਰੀ ਦਾ ਭਿਆਨਕ ਸਮਾਂ ਚੱਲਦਾ ਪਿਆ ਹੈ। ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ ਆਪਾਂ ਵੇਖਦੇ ਪਏ ਹਾਂ ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਦੇ ਵਿੱਚ ਕਿੰਨਾ ਬੁਰਾ ਹਾਲ ਹੈ। ਤੇ ਸੰਸਾਰ ਦੇ ਭਲੇ ਲਈ ਵੀ, ਕਿਉਂਕਿ ਸਾਡਾ ਜੋ ਸਿੱਖੀ ਦਾ ਸਿਧਾਂਤ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਸਰਬੱਤ ਦਾ ਭਲਾ ਮੰਗਦਾ ਹੈ, ਸਾਰਿਆਂ ਦਾ ਭਲਾ ਆਪਾਂ ਮੰਗਿਆ ਕਰੀਏ। ਕਿਉਂਕਿ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਤੇ ਸਰਬੱਤ ਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ। ਜਦੋਂ ਕੋਈ ਸਰਬੱਤ ਦਾ ਭਲਾ ਮੰਗਦਾ ਹੈ, ਗੁਰੂ ਦੀ ਖੁਸ਼ੀ ਉਹਦੇ ਤੇ ਬਹੁਤੀ ਹੁੰਦੀ ਹੈ। ਅਸੀਂ ਜਿੱਥੇ ਆਪਣੇ ਸੁੱਖਾਂ ਵਾਸਤੇ, ਆਪਣੇ ਭਲੇ ਵਾਸਤੇ ਅਰਦਾਸ ਕਰਦੇ ਆ ਨਾ, ਤੇ ਉੱਥੇ ਪਿਆਰਿਓ ਕਿਸਾਨਾਂ ਵਾਸਤੇ ਵੀ, ਸੰਸਾਰ ਦੇ ਭਲੇ ਵਾਸਤੇ ਵੀ ਇਸ ਮਹਾਮਾਰੀ ਦੇ ਵਿੱਚੋਂ ਸਤਿਗੁਰੂ ਅੱਗੇ ਅਰਦਾਸ ਕਰੀਏ। ਮਹਾਰਾਜ ਜੀ, ਇਸ ਕਰੜੇ ਸਮੇਂ ਦੇ ਵਿੱਚੋਂ ਆਪ ਜੀ ਆਪਣੀ ਕਿਰਪਾ ਦਾ ਹੱਥ ਦੇ ਕੇ ਇਸ ਸਮੇਂ ਦੇ ਵਿੱਚੋਂ ਕੱਢੋ। ਕਿਉਂਕਿ ਗੁਰੂ ਦਾਤਾ ਹੈ, ਗੁਰੂ ਬਖਸ਼ਨਹਾਰ ਹੈ, ਸਰਬ ਰੋਗ ਕਾ ਔਖਦ ਨਾਮ। ਗੁਰਬਾਣੀ ਕਹਿੰਦੀ ਹੈ ਸਾਰਿਆਂ ਰੋਗਾਂ ਦਾ ਔਖਦ ਦਵਾਈ ਪਰਮੇਸ਼ਵਰ ਦਾ ਨਾਮ ਹੈ। ਤੇ ਹਮੇਸ਼ਾ ਅਰਦਾਸਾਂ ਕਰੀਏ, ਬੇਨਤੀਆਂ ਕਰੀਏ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਪਾਂ ਸਰਵਣ ਕੀਤਾ, ਜੀਵਨ ਤੋਂ ਆਪਾਂ ਸਿੱਖਿਆ ਲਈਏ। ਬੁਰਿਆਂ ਦਾ ਵੀ ਭਲਾ ਮੰਗਿਆ ਕਰੀਏ। ਔਗਣ ਵੇਖ ਕੇ ਦੂਜਿਆਂ ਦੇ ਉਹਨਾਂ ਨੂੰ ਵੀ ਮੁਆਫ ਕਰਨਾ ਸਿੱਖੀਏ। ਅਕਾਲ ਪੁਰਖ ਦੀ ਭਗਤੀ ਦੇ ਨਾਲ, ਨਾਮ ਦੇ ਨਾਲ, ਬਾਣੀ ਬਾਣੇ ਦੇ ਨਾਲ ਜੁੜੀਏ। ਤਾਂ ਹੀ ਪਿਆਰਿਓ ਸਾਡਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸਫਲ ਹੋਣਾ ਹੈ। ਇਹ ਮਨੁੱਖਾ ਜਨਮ ਬੜਾ ਅਮੋਲਕ ਹੈ, ਸਮੇਂ ਨੂੰ ਸੰਭਾਲੀਏ। ਆਓ ਸਾਰੇ ਪੜ੍ਹੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਡਿਆਈ ਦੇ ਇਹ ਬਚਨ ਜੋ ਕਲਗੀਧਰ ਪਾਤਸ਼ਾਹ ਜੀ ਨੇ ਆਪਾਂ ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਸੁਣਦੇ ਹਾਂ। ਤੇਗ ਬਹਾਦਰ ਸਿਮਰਿਐ, 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 ਤੇਗ
ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਨਿਜ ਆਵੇ ਤਾਏ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਹਰਿ ਨਾਮ ਨਿਜ ਆਵੇ ਤਾਏ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਹਰਿ ਨਾਮ ਨਿਜ ਆਵੇ ਤਾਏ ਗੁਰ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਖਾਈ ਹੋਏ ਸਹਾਏ ਸਭ ਖਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਆਈ ਹੋਏ ਸਹਾਏ ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਖਾਈ ਹੋਏ ਸਹਾਏ ਤੇਗ ਬਹਾਦਰ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਇਹੋ ਜੀ ਬਖਸ਼ਿਸ਼ ਹੈ ਜਿਹੜਾ ਭਾਵਨਾ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰਦਾ ਹੈ। ਮਹਾਰਾਜ ਕਹਿੰਦੇ 9 ਨਿੱਧਾਂ ਭੱਜੀਆਂ ਆਉਂਦੀਆਂ ਨੇ ਉਹਦੇ ਘਰ, ਉਹਦੇ ਕੋਲ ਖਜ਼ਾਨਿਆਂ ਦੀ ਕਮੀ ਨਹੀਂ ਰਹਿੰਦੀ। ਤੇ ਜਿਹੜਾ ਪਿਆਰ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰਦਾ ਹੈ ਨਾ, ਸਾਰੀਆਂ ਥਾਵਾਂ ਤੇ ਆਪਣੇ ਸਿੱਖ ਦੇ ਨਾਲ, ਆਪਣੇ ਪਿਆਰੇ ਦੇ ਨਾਲ, ਆਪਣੇ ਸੇਵਕ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਹਾਈ ਹੁੰਦੇ ਨੇ। ਲੋੜ ਹੈ ਭਾਵਨਾ ਦੀ। ਭਾਈ ਮੱਖਣ ਸ਼ਾਹ ਵਰਗਾ ਸਿੱਖ ਹੋਣਾ ਚਾਹੀਦਾ ਹੈ, ਜਿਹੜਾ ਹੋਕਾ ਦੇ ਕੇ ਇਹ ਦੱਸੇ, ਜਿਵੇਂ ਭਾਈ ਮੱਖਣ ਸ਼ਾਹ ਨੇ ਹੋਕਾ ਦਿੱਤਾ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਅੱਜ ਵੀ ਸਿੱਖ ਭੁੱਲੇ ਹੋਏ ਨੇ ਨਾ, ਪੂਰੇ ਸਤਿਗੁਰੂ ਨੂੰ ਭੁੱਲ ਕੇ ਮੜੀਆਂ ਕਬਰਾਂ ਨੂੰ ਪੂਜਣ ਵਾਲੇ ਪਾਸੇ ਤੁਰ ਪਏ ਆ। ਪਰ ਭਾਈ ਮੱਖਣ ਸ਼ਾਹ ਵਰਗਾ ਸਿੱਖ ਹੋਵੇ ਜਿਹੜਾ ਹੋਕਾ ਦੇਵੇ ਕਿ ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕੋਲ ਨੇ, ਸਿੱਖ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ। ਸਿੱਖਾ ਇਹ ਭਾਵਨਾ ਆਪਣੇ ਮਨ ਦੇ ਵਿੱਚ ਬਣਾ। ਅੱਗੇ ਆਪਾਂ ਬੜੀ ਵਾਰ ਬੇਨਤੀ ਕਰਦੇ ਆਂ, ਰੱਬ ਦੇ 2 ਰੂਪ ਨੇ, ਇੱਕ ਸਰਗੁਣ ਹੈ, ਇੱਕ ਨਿਰਗੁਣ। ਸਰਗੁਣ ਉਸ ਰੂਪ ਨੂੰ ਕਹਿੰਦੇ ਨੇ ਜਿਹਨੂੰ ਅੱਖਾਂ ਦੇ ਨਾਲ ਵੇਖਿਆ ਜਾ ਸਕੇ, ਤੇ ਨਿਰਗੁਣ ਉਹ ਰੂਪ ਹੈ ਰੱਬ ਦਾ ਜਿਹਨੂੰ ਇਹਨਾਂ ਅੱਖਾਂ ਦੇ ਨਾਲ ਨਾ ਵੇਖਿਆ ਜਾ ਸਕੇ, ਜਿਹੜਾ ਰੂਪ ਸਾਡੇ ਸਾਰਿਆਂ ਦੇ ਵਿੱਚ ਹੈ। ਸਾਡੇ ਵਿੱਚ ਵੀ, ਤੁਹਾਡੇ ਵਿੱਚ ਵੀ, ਇੱਕ ਕੀਣੀ ਤੋਂ ਲੈ ਕੇ ਹਾਥੀ ਦੇ ਵਿੱਚ ਵੀ ਉਹੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਚੀਂਟੀ ਤੇ ਕੂੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਨਿਰਗੁਣ ਸਰੂਪ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈ, ਤੇ ਸਰਗੁਣ ਸਰੂਪ ਪਰਮਾਤਮਾ ਦਾ, ਰੱਬ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਹਮਣੇ ਨੇ, ਜਿਨ੍ਹਾਂ ਦੇ ਆਪਾਂ ਦਰਸ਼ਨ ਕਰਦੇ ਪਏ ਹਾਂ। ਸਤਿ ਸ੍ਰੀ ਅਕਾਲ। ਆਓ ਸਾਧ ਸੰਗਤ ਜੀ, ਸਤਿਕਾਰਯੋਗ ਮਹਾਂਪੁਰਖ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਰਹੇ ਹਨ। ਹੁਣ ਇੱਥੇ ਹੀ ਆਪਣੀ ਵਿਚਾਰ ਦੀ ਸਮਾਪਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ।
ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਤਿਆਗ ਬੈਰਾਗ ਦਾ ਜੀਵਨ ਬਖਸ਼ਿਸ਼ ਕਰਨ, ਆਪਣੇ ਚਰਨਾਂ ਦੀ ਪ੍ਰੀਤ ਗੁਰਸਿੱਖੀ ਜੀਵਨ ਬਾਣੀ ਬਾਣੇ ਦੀ ਦਾਤ ਬਖਸ਼ਿਸ਼ ਕਰਨ। ਇਹ ਅਰਦਾਸ, ਇਹ ਮੰਗ ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਮੰਗੀਏ। ਆਓ ਇੱਕ ਧਾਰਨਾ ਪੜ੍ਹ ਕੇ ਫਿਰ ਮਹਾਂਪੁਰਖਾਂ ਪਾਸੋਂ ਆਪਾਂ ਹਰ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹਨ। ਪਿਆਰੇ ਜੀ ਸਾਡਾ ਬੇੜਾ ਪਾਰ ਕਰੀ, ਮੇਰੇ ਪਿਆਰੇ ਸਾਡਾ ਬੇੜਾ ਪਾਰ ਕਰੀ। ਪਿਆਰੇ ਜੀ ਸਾਡਾ ਬੇੜਾ ਪਾਰ ਕਰੀ, ਮੇਰੇ ਪਿਆਰੇ ਸਾਡਾ ਬੇੜਾ ਪਾਰ ਕਰੀ। ਮੇਰੇ ਪਿਆਰੇ ਸਾਡਾ ਬੇੜਾ ਪਾਰ ਕਰੀ। ਤੇ ਪੱਥਰਾਂ ਨੂੰ ਤਾਰਨ ਵਾਲਿਆ, ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਵੀ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ, ਤਾਰਨ ਵਾਲਿਆ, ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਵੀ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਉਗਣ ਹਮਾਰੇ। ਦਇਆ ਕਰੋ ਕਿਛ ਮੇਰੀ ਉਪਾਵੋ, ਡੁੱਬਦੇ ਪੱਥਰ ਤਾਰੇ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਬਖਸ਼ਣਹਾਰ ਹਨ। ਆਓ ਹੁਣ ਬੜੇ ਪਿਆਰ ਦੇ ਨਾਲ ਸਤਿਕਾਰਯੋਗ ਮਹਾਂਪੁਰਖਾਂ ਦੀ ਨਾਮ ਭਿੱਜੀ ਰਸਨਾ ਰਾਹੀਂ ਗੁਰਬਾਣੀ ਦੀਆਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਕੇ ਆਪਾਂ ਸਾਰੇ ਲਾਹਾ ਪ੍ਰਾਪਤ ਕਰੀਏ ਜੀ। ਜੋ ਸੰਗਤਾਂ ਦੀਵਾਨ ਹਾਲ ਤੋਂ ਬਾਹਰ ਹਨ ਉਹਨਾਂ ਸੰਗਤਾਂ ਨੂੰ ਵੀ ਬੇਨਤੀ ਹੈ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਸੱਜ ਕਰਕੇ ਮਹਾਂਪੁਰਖਾਂ ਪਾਸੋਂ ਅਮੋਲਕ ਬਚਨ ਸਰਵਣ ਕਰਕੇ ਇਸ ਸਮੇਂ ਨੂੰ ਸਫਲ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ।